ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਤੇ ਪੰਜਾਬੀ ਨੈਸ਼ਨਲ ਟੀਵੀ ਤੁਸੀਂ ਇਸ ਵੇਲੇ ਦੇਖ ਰਹੇ ਹੋ। ਮੈਂ ਯਾਨੀ ਕਿ ਪੂਜਾ ਸੰਧੂ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਦਵਿੰਦਰ ਮਨ ਜੀ ਮੌਜੂਦ ਨੇ ਅੱਜ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਦਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਠੀਕ ਠਾਕ ਹੋ ਜੀ? ਬਿਲਕੁਲ ਫਾਈਨ। ਅੱਜ ਜਿਹੜੇ ਮਹਿਮਾਨ ਸਾਡੇ ਵਿਹੜੇ ਵਿੱਚ ਆਏ ਨੇ ਸਾਡੇ ਦੋਵਾਂ ਦੇ ਬੜੇ ਅਜ਼ੀਜ਼ ਨੇ ਉਹ। ਜੀ ਬਿਲਕੁਲ, ਹਨਾ, ਬਹੁਤ ਖਾਸ ਨੇ, ਬਹੁਤ ਜ਼ਿਆਦਾ ਖਾਸ ਨੇ। ਜੀ ਤੇ ਰਾਤੀ ਕਹਿ ਲੋ ਕਿ ਗੱਲ ਹੋਈ ਆ ਕਿ ਕਿੱਦਾਂ ਕਰਨੀ, ਫਿਰ ਆਉਂਗੇ ਕਹਿੰਦੇ ਤੁਸੀਂ ਆਵਾਜ਼ ਮਾਰੀ ਤਾਂ ਮੈਂ ਭੱਜਿਆ ਹੀ ਆਉਂਗਾ ਤੇ ਭੱਜੇ ਭੱਜੇ ਆ ਵੀ ਗਏ ਨੇ ਉਹ। ਭੱਜਦੇ ਥੋੜੀ ਜਿਹੀ ਚੁੱਕ ਪੈ ਗਈ ਉਹਨਾਂ ਦੇ। ਪਰ ਇਹ ਜਿਹੜੀ ਚੁੱਕ ਪਈ ਹੈ ਨਾ, ਇਹਦੀ ਕਹਾਣੀ ਕੀ ਹੈ ਇਹ ਉਹਨਾਂ ਤੋਂ ਹੀ ਸੁਣਾਂਗੇ। ਪਰ ਉਹ ਆਏ ਨੇ ਅੱਜ ਸਟੂਡੀਓ 'ਚ ਮੌਜੂਦ ਨੇ ਤੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਅਸੀਂ ਕਰਵਾਉਣਾ ਚਾਹਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਦੇ ਬਾਰੇ ਦੱਸਣਾ ਜ਼ਰੂਰ ਚਾਹਾਂਗੇ। ਬਾਲੀਵੁੱਡ ਤੇ ਬਾਲੀਵੁੱਡ ਐਕਟਰ ਨੇ ਉਹ, ਔਰ ਉਮਰ ਜਿਹੜੀ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਕਿ ਕੋਈ ਉਮਰ ਨਹੀਂ ਹੁੰਦੀ ਆਪਣੇ ਕਰੀਅਰ ਨੂੰ ਬਣਾਉਣ ਦੀ, ਕਿਸੇ ਮੁਕਾਮ ਤੱਕ ਪਹੁੰਚਣ ਦੀ। ਤੇ ਉਹ ਮਿਸਾਲ ਅੱਜ ਇੱਕ ਵਾਰ ਫਿਰ ਤੋਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਦੇਖ ਸਕਦੇ ਹੋ। ਸੋ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਪੂਜਾ ਜੀ, ਸਤਿ ਸ਼੍ਰੀ ਅਕਾਲ ਦਵਿੰਦਰ ਜੀ ਤੇ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿ ਮੈਨੂੰ ਇੱਥੇ ਬੁਲਾਉਣ ਵਾਸਤੇ। ਸੋ ਅਸ਼ੋਕ ਸਲਾਰੀਆ ਜੀ ਇਹਨਾਂ ਦਾ ਨਾਮ ਹੈ ਤੇ ਸਾਡੇ ਨਾਲ ਅੱਜ ਇੱਥੇ ਮੌਜੂਦ ਨੇ। ਸੋ ਗੱਲਾਂ ਬਾਤਾਂ ਬਹੁਤ ਸਾਰੀਆਂ ਤੁਹਾਡੇ ਨਾਲ ਕਰਨੀਆਂ ਨੇ, ਤੁਹਾਡੇ ਬਚਪਨ ਨੂੰ ਲੈ ਕੇ, ਤੁਹਾਡੇ ਕਰੀਅਰ ਨੂੰ ਲੈ ਕੇ, ਤੇ ਉਸ ਕਰੀਅਰ ਦੇ ਵਿੱਚ ਕਿਹੜੇ ਕਿਹੜੇ ਉਤਾਰ ਚੜਾਵ ਰਹੇ, ਇਹ ਸਾਰੀਆਂ ਅੱਜ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਸ਼ੁਰੂ ਕਰੋ ਇਰਸ਼ਾਦ। ਕਿਆ ਵਾਹ, ਕਿਆ ਵਾਹ, ਦਿਓ ਫਿਰ। ਸਭ ਤੋਂ ਪਹਿਲਾਂ ਦੱਸੋ ਸਿਹਤ ਕਿਵੇਂ? ਸਿਹਤ ਬਹੁਤ ਵਧੀਆ, ਠੀਕ ਠਾਕ ਹੋ? ਹਾਂ। ਵੈਸੇ ਮੈਂ ਦਰਸ਼ਕਾਂ ਨੂੰ ਦੱਸਦਾ, ਚੁੱਕ ਵਾਲਾ ਮੈਂ ਮਜ਼ਾਕ ਹੀ ਕੀਤਾ ਸੀਗਾ, ਏਦਾਂ ਦਾ ਕੁਝ ਨਹੀਂ ਸਰ, ਐਨ 9/9 ਨੇ ਜੀ। ਸੋ ਚੁੱਕਦੀ ਆਪਾਂ ਉਹ ਚੁੱਕ ਕੇ ਹੀ ਆਇਆ ਜਾਣਾ ਸੀ, ਉਦਾਂ ਆਇਆ ਵੀ ਨਹੀਂ ਜਾਣਾ ਸੀ। ਨਹੀਂ ਆਏ ਤਾਂ ਗੱਡੀ ਤੇ ਨੇ, ਹਾਂ, ਪਰ ਬੈਠਣ ਦੀ ਤਾਂ ਤੁਹਾਨੂੰ ਪਤਾ ਹੀ ਹੈ ਨਾ। ਬਿਲਕੁਲ। ਸੋ ਆਪਾਂ ਹੁਣ ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ, ਤੁਹਾਡੇ ਬਚਪਨ ਤੋਂ ਗੱਲ ਕਰਦੇ ਹਾਂ ਕਿ ਜਿਹੜਾ ਕਰੀਅਰ ਤੁਸੀਂ ਇਹ ਚੂਜ਼ ਕੀਤਾ ਉਹ ਵੀ ਇਸ ਉਮਰ ਦੇ ਵਿੱਚ ਆ ਕੇ ਐਕਟਿੰਗ ਦਾ, ਉਹ ਬਹੁਤ ਹੀ ਘੱਟ ਲੋਕ ਇਸ ਉਮਰ 'ਚ ਆ ਕੇ ਹਿੰਮਤ ਕਰ ਪਾਉਂਦੇ ਨੇ, ਕਿਉਂਕਿ ਇੱਕ ਤਾਂ ਸਟਰਗਲ ਬਹੁਤ ਹੈ ਇਸ ਲਾਈਨ ਦੇ ਵਿੱਚ, ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਹੈ। ਤੇ ਇਸ ਉਮਰ 'ਚ ਆ ਕੇ ਪਹਿਲਾਂ ਤਾਂ ਸੋਚਿਆ, ਇਹ ਬਹੁਤ ਵੱਡੀ ਗੱਲ ਹੈ। ਫਿਰ ਇੱਥੇ ਤੱਕ ਦਾ ਪਹੁੰਚਣ ਦਾ ਸਫ਼ਰ ਕਿਵੇਂ ਦਾ ਰਿਹਾ ਉਹ ਅਸੀਂ ਤੁਹਾਡੇ ਤੋਂ ਪੁੱਛਾਂਗੇ। ਪਰ ਹੁਣ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ, ਕਿ ਬਚਪਨ ਕਿਵੇਂ ਦਾ ਰਿਹਾ? ਸ਼ੁਰੂ ਤੋਂ ਸੋਚਿਆ ਸੀ ਮੈਂ ਐਕਟਰ ਬਣਨਾ ਹੈ ਜਾਂ ਫਿਰ ਕੁਝ ਹੋਰ ਬਣਨ ਦਾ ਸੋਚਿਆ ਸੀ? ਨਾ, ਸ਼ੁਰੂ ਤੋਂ ਨਹੀਂ ਸੋਚਿਆ। ਬਚਪਨ ਆਮ ਬੱਚਿਆਂ ਵਾਂਗੂ, ਤੇ ਜਿੱਦਾਂ ਕਹ ਲਓ ਲੋਅਰ ਮਿਡਲ ਕਲਾਸ, ਗਵਰਨਮੈਂਟ ਸਕੂਲਾਂ 'ਚ ਪੜ੍ਹੇ ਆ ਜੀ। ਤੇ ਉਸ ਤੋਂ ਬਾਅਦ ਮਾਪੇ ਦੀ ਜਿਹੜੀ ਝਿੜਕਾਂ ਸਭ ਨੂੰ ਪੈਂਦੀਆਂ, ਸਾਨੂੰ ਵੀ ਪਈਆਂ, ਬਾਪੂ ਦੀ ਮਾਰ ਸਾਨੂੰ ਵੀ ਪਈ ਹੈ ਜੀ। ਔਰ ਸ਼ਾਇਦ ਉਹੀ ਮਾਰ ਦਾ ਇਸ ਵੇਲੇ ਸਾਨੂੰ ਕਾਮਯਾਬ ਕਰਨ 'ਚ ਪੂਰਾ ਹੱਥ ਹੈ ਉਸ ਚੀਜ਼ ਦਾ ਜੀ। ਤੇ ਘਰ ਦੇ ਵਿੱਚ ਕਿਵੇਂ ਦਾ ਮਾਹੌਲ ਸੀਗਾ? ਕਿਵੇਂ ਦੇ ਬੱਚੇ ਸੀ? ਮਤਲਬ ਕੋਈ ਬੱਚਾ ਸ਼ਰਾਰਤੀ ਹੁੰਦਾ ਹੈ, ਕੋਈ ਚੁੱਪਚਾਪ ਰਹਿਣ ਵਾਲਾ ਹੁੰਦਾ ਹੈ, ਤੇ ਕਿੱਦਾਂ ਦਾ ਸੀ ਘਰ 'ਚ ਮਾਹੌਲ? ਘਰ 'ਚ ਮਾਹੌਲ ਠੀਕ ਸੀ, ਅੱਛਾ ਸੀ। ਔਰ ਫਾਦਰ ਸਾਹਿਬ ਜਿਹੜਾ ਇਸ ਵੇਲੇ ਮੇਰੇ 'ਚ ਕਹਿ ਸਕਦੇ ਐਕਟਿੰਗ ਦਾ ਕੀੜਾ ਨਾ, ਉੱਥੋਂ ਹੀ ਆਇਆ। ਅੱਛਾ, ਫਾਦਰ ਸਾਹਿਬ ਤੋਂ? ਫਾਦਰ ਸਾਹਿਬ। ਉਹ ਕਿਵੇਂ? ਉਹਨਾਂ ਨੇ ਕਾਫੀ ਦੇਰ ਰਾਵਣ ਦਾ ਰੋਲ ਕੀਤਾ ਰਾਮਲੀਲਾ 'ਚ। ਅੱਛਾ ਜੀ, ਕਾਫੀ ਦੇਰ। ਔਰ ਜਦੋਂ ਮੈਂ ਹੋਸ਼ ਸੰਭਾਲਿਆ ਤਦ ਤੱਕ ਉਹ ਛੱਡ ਚੁੱਕੇ ਸੀ। ਤੇ ਉਹ ਵਾਲਾ ਕੀੜਾ ਫਿਰ ਇੱਧਰ ਆਇਆ। ਕਾਫੀ ਦੇਰ ਤੱਕ ਕੀੜਾ ਉਹ ਮਤਲਬ ਸੁੱਤਾ ਰਿਹਾ, ਤੇ ਹੁਣ ਜਾ ਕੇ ਜਾਗਿਆ ਜਦੋਂ ਮੈਂ 50 ਸਾਲ ਤੋਂ ਬਾਅਦ ਸ਼ੁਰੂ ਕੀਤਾ। ਅੱਛਾ, ਵਾਹ। ਤੇ ਫਿਰ ਜਦੋਂ ਘਰੇ ਹੁੰਦੇ ਸੀਗੇ, ਘਰੇ ਕਦੀ ਐਕਟਿੰਗ ਕਰਨ ਦਾ ਮੌਕਾ ਮਿਲਿਆ ਜਾਂ ਕਦੇ ਸ਼ਰਾਰਤ ਦੇ ਵਿੱਚ ਐਕਟਿੰਗ ਕੀਤੀ ਹੋਵੇ? ਮਤਲਬ ਝੂਠ ਮੂਠੀ ਗੱਲ ਕਰ ਦਿੱਤੀ ਹੋਵੇ ਕਿ ਅੱਜ ਮੈਂ ਉੱਥੇ ਨਹੀਂ ਜਾਣਾ? ਸਕੂਲ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਜ਼ਿਆਦਾਤਰ ਜਦੋਂ ਸਕੂਲ ਜਾਣਾ ਹੁੰਦਾ ਤੇ ਬੱਚੇ ਬੜੇ ਬਹਾਨੇ ਲਾਉਂਦੇ ਨੇ, ਮੇਰਾ ਢਿੱਡ ਦੁਖਦਾ, ਮੇਰੀ ਲੱਤ ਦੁਖਦੀ, ਮੇਰਾ ਸਿਰ ਦੁਖਦਾ। ਇਹ ਜਿਹੜੀਆਂ ਹੁਣ ਗੱਲਾਂ ਕੀਤੀਆਂ ਨਾ, ਸਿਰ ਦੁਖਦਾ, ਲੱਤ ਦੁਖਦੀ, ਮੈਂ ਵੀ ਕੀਤੇ ਹੋਏ ਨੇ, ਮੈਂ ਆਪ ਕੀਤੇ ਹੋਏ ਆ ਇਹ ਸਾਰੀਆਂ ਚੀਜ਼ਾਂ। ਮੈਂ ਉਹੀ ਕਿਹਾ ਕਿ ਬਚਪਨ ਦੇ ਵਿੱਚ ਸਕੂਲ ਟਾਈਮ ਦੇ ਲਈ ਸਾਰੇ ਬੱਚੇ ਇਦਾਂ ਦੀਆਂ ਕੋਸ਼ਿਸ਼ਾਂ ਕਰਦੇ ਨੇ ਸਕੂਲ ਨਾ ਜਾਣ ਲਈ। ਹਾਂ, ਕੋਟ ਪੈਂਦੀ ਹੈ, ਸਭ ਨੂੰ ਪੈਂਦੀ ਹੈ, ਪਈ ਹੈ, ਬਹੁਤ ਪਈ ਹੈ। ਕੁੜੀਆਂ ਨੂੰ ਘੱਟ ਪੈਂਦੀ ਹੈ, ਮਾਰਨਾ ਨਹੀਂ ਚਾਹੀਦਾ ਕੁੜੀਆਂ ਨੂੰ, ਬਿਲਕੁਲ, ਕਿਉਂਕਿ ਤੇ ਇਹ ਤਾਂ ਰੱਬ ਦਾ ਰੂਪ ਹੀ ਹੁੰਦੀਆਂ ਨੇ। ਨਹੀਂ, ਸਕੂਲ ਦੇ ਵਿੱਚ ਟੀਚਰਸ ਤਾਂ ਮਾਰ ਸਕਦੇ ਨੇ, ਬੱਚਿਆਂ ਨੂੰ ਘਰ ਦੇ ਵਿੱਚ ਘੱਟ ਪੈਂਦੀ ਹੋਗੀ, ਬਟ ਸਕੂਲ ਦੇ ਵਿੱਚ ਤਾਂ ਬਹੁਤ ਪਈਆਂ ਨੇ। ਅੱਜ ਕੱਲ੍ਹ ਤਾਂ ਨਹੀਂ ਪੈਂਦੀ। ਨਹੀਂ, ਅੱਜ ਕੱਲ੍ਹ ਤਾਂ ਸਾਡੇ ਟਾਈਮ 'ਚ ਤਾਂ ਫਿਰ ਹੁਣ ਇੱਕ ਤੁਹਾਨੂੰ ਮੈਂ ਕਿੱਸਾ ਸੁਣਾਉਣਾ ਜੀ। ਮੇਰੇ ਇੱਕ ਟੀਚਰ ਹੁੰਦੇ ਸੀ, ਮੈਥ ਟੀਚਰ। ਉਹ ਇੱਕ ਦਿਨ ਕਹਿੰਦੇ, ਯਾਰ ਉਹ ਤੂੰ ਆਪਣੇ ਨਾ ਸੋਟੀ ਲੈ ਕੇ ਆਉਣੀ ਹੈ। ਜਿਸ ਬੰਦੇ ਤੋਂ ਲਿਆਣੀ ਸੀ ਉਹ ਉਹਨਾਂ ਦੇ ਵਾਕਫ ਸੀ ਔਰ ਮੇਰਾ ਵਾਕਫ ਸੀ। ਮੈਂ ਲੈ ਕੇ ਆਇਆ ਤੇ
ਕੋਈ ਟੈਸਟ ਇਦਾਂ ਦਾ ਹੋਇਆ ਕਿ ਮੇਰੇ ਪਈ ਉਸ ਟੀਚਰ ਅੱਛਾ ਆਪ ਲੈ ਕੇ ਅੰਦਾਜ਼ ਤੇ ਕਾਬੂ ਆ ਗਿਆ। ਸੋਟੀ ਵੀ ਆਪ ਲੈ ਕੇ ਆਏ ਤੇ ਪਈਆਂ ਵੀ ਆਪਦੇ। ਓਹ ਕਿਸਮਤ ਦੀਆਂ ਗੱਲਾਂ ਹੁੰਦੀਆਂ। ਇੰਨੀ ਸੋਹਣੀ ਕਿਸਮਤ ਲੈ ਕੇ ਆਏ ਸੀ ਤੁਸੀਂ। ਅੱਛਾ ਹੁਣ ਤੁਸੀਂ ਗੱਲ ਕੀਤੀ ਕਿ ਫਾਦਰ ਸਾਹਿਬ ਰਾਮਲੀਲਾ ਦੇ ਵਿੱਚ ਰਾਵਣ ਬਣਦੇ ਹੁੰਦੇ ਸੀ, ਤੇ ਜਦੋਂ ਤੁਸੀਂ ਹੋਸ਼ ਸੰਭਾਲੀ ਤੁਹਾਨੂੰ ਨਹੀਂ ਕਦੀ ਮੌਕਾ ਮਿਲਿਆ ਜਾਂ ਤੁਹਾਡੇ ਮਨ ਵਿੱਚ ਨਹੀਂ ਕਦੀ ਆਇਆ ਕਿ ਰਾਮਲੀਲਾ ਮੈਂ ਵੀ ਕਰਨੀ ਆ? ਦੇਖੋ ਇੱਛਾ ਤਾਂ ਹੈਗੀ ਸੀ, ਔਰ ਜਿਹਨੂੰ ਕਹਿੰਦੇ ਐਕਟਿੰਗ ਦਾ ਕੀੜਾ ਉਹ ਵੀ ਹੈਗਾ ਸੀ। ਕਾਲਜ ਟਾਈਮ ਤੇ ਥੋੜਾ ਜਿਹਾ ਕੀਤਾ, ਮਤਲਬ ਇੰਨਾ ਜ਼ਿਆਦਾ ਨਹੀਂ ਕੀਤਾ। ਪਲੇ 2-4 ਕੀਤੇ ਨੇ, ਪਰ ਉਸ ਤੋਂ ਬਾਅਦ ਬਿਜ਼ੀ ਹੋ ਗਏ ਆਪਣੀ ਲਾਈਫ 'ਚ, ਬੱਚੇ, ਸ਼ਾਦੀ ਹੋ ਗਈ, ਬੱਚੇ ਹੋ ਗਏ, ਤੇ ਉਸ ਤੋਂ ਬਾਅਦ ਜਾ ਕੇ 50 ਏਜ 'ਚ 50 ਪਲੱਸ ਕਹ ਲਓ, 51 ਏਜ ਸੀ ਮੇਰੀ, ਜਦੋਂ ਮੈਨੂੰ ਲੱਗਾ ਵੀ ਹੁਣ ਥੋੜ੍ਹਾ ਜਿਹਾ ਫਰੀ ਆ, ਕਰ ਲਈਏ ਕੁਛ। ਮਤਲਬ ਉਹ ਤੁਹਾਨੂੰ ਵੀ ਪਤਾ ਹੀ ਹੈ ਵੀ ਕੀੜਾ ਮਰਦਾ ਕਦੇ ਨਹੀਂ ਬੇਹੋਸ਼ ਹੁੰਦਾ। ਕੁਝ ਸਮੇਂ ਲਈ ਹੋ ਜਾਂਦਾ ਬੇਹੋਸ਼ ਹੁੰਦਾ, ਤੇ ਬਾਅਦ ਵਿੱਚ ਫਿਰ ਸੁਰਤੀ ਐਸੀ ਫੜਦਾ ਉਹ ਕੀੜਾ। ਤੇ ਜੀ ਜਿਹੜੀਆਂ ਬਚਪਨ ਦੀਆਂ ਕਹਾਣੀਆਂ ਹੁੰਦੀਆਂ ਨੇ ਨਾ, ਸਾਡੀਆਂ ਦਿਲ ਦੇ ਬਹੁਤ ਖਾਸ ਹੁੰਦੀਆਂ ਨੇ, ਸਾਡੇ ਕਰੀਬ ਹੁੰਦੀਆਂ ਨੇ ਉਹ, ਕਿਉਂਕਿ ਬਚਪਨ ਦੇ ਵਿੱਚ ਜੋ ਜੋ ਅਸੀਂ ਦੇਖਿਆ ਹੁੰਦਾ, ਸੁਣਿਆ ਹੁੰਦਾ ਆ, ਉਹੀ ਅਸੀਂ ਲੈ ਕੇ ਵੱਡੇ ਹੁੰਦੇ ਆ ਨਾ। ਤੇ ਕੋਈ ਏਦਾਂ ਦੀ ਯਾਦ ਹੋਵੇ ਕਿ ਕਿਸੇ ਦੇ ਘਰੇ ਗਏ ਹੋਵੇ, ਜਾਂ ਇਦਾਂ ਦੀਆਂ ਕਹਾਣੀਆਂ ਵੀ ਹੁੰਦੀਆਂ, ਮੈਂ ਵੀ ਕੀਤੀਆਂ ਨੇ ਬਹੁਤ ਸਾਰੀਆਂ। ਮੈਨੂੰ ਇਹ ਇਦਾਂ ਲੱਗ ਰਿਹਾ ਕਿ ਸਰ ਤੁਸੀਂ ਐਂ ਕਰੋ, ਤੁਸੀਂ ਮੇਰੇ ਨਾਲ ਆ ਜਾਓ, ਆਪਾਂ ਇਹਨੂੰ ਇੱਧਰ ਬਿਠਾ ਦਿੰਦੇ ਆ। ਪਹਿਲੇ ਤਾਂ ਮੈਂ ਇਹ ਤੁਸੀਂ ਪੁਆਇੰਟ ਆਊਟ ਨਹੀਂ ਕੀਤਾ, ਮੈਂ ਤੁਹਾਨੂੰ ਦੱਸਦਾ ਕਿ ਮੈਂ ਪੂਜਾ ਕਹਿ ਗਿਆ, ਪੂਜਾ ਜੀ ਨਹੀਂ ਕਿਹਾ, ਕਿਉਂਕਿ ਤੂੰ ਮੇਰੇ ਬੱਚਿਆਂ ਵਰਗੀ ਹੈ, ਇਸ ਕਰਕੇ। ਬਿਲਕੁਲ, ਤੇ ਅਸੀਂ ਹੈਗੇ ਵੀ ਆ ਨਾ। ਹਾਂ ਬਿਲਕੁਲ, ਮੈਂ ਰੌਂਚ ਕਹਿਤਾ, ਮੈਂ ਕਿਹਾ ਚਲ ਠੀਕ ਹੈ ਪੂਜਾ, ਕੋਈ ਗੱਲ ਪੂਜਾ ਦੀ ਕੋਈ ਗੱਲ ਹੈ, ਕੋਈ ਗੱਲ ਅਸੀਂ ਗੁੱਸਾ ਨਹੀਂ ਕੀਤਾ, ਨਹੀਂ ਕੀਤਾ ਨਾ, ਚੰਗਾ ਕੀਤਾ ਜੀ। ਹਾਂ, ਬਚਪਨ ਦੀਆਂ ਗੱਲਾਂ ਬਾਤਾਂ ਕੋਈ ਐਨੀ ਮਸ਼ਹੂਰ ਤਾਂ ਹੈ ਨਹੀਂ, ਗੱਲ ਯਾਦ ਵੀ ਹੈ ਨਹੀਂ ਕੋਈ। ਕਦੀ ਕਿਸੇ ਦੇ ਗਵਾਂਢੀ ਦਾ ਘਰ ਦਾ ਦਰਵਾਜ਼ਾ ਜਾਂ ਫਿਰ ਕੁੰਡੀ ਲਗਾ ਕੇ ਭੱਜ ਗਏ ਹੋ? ਇਹ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ? ਯਾਰ ਕਿੱਦਾਂ ਦੀਆਂ ਗੱਲਾਂ ਪੁੱਛੀ ਸਰ ਦੇ ਦੇਖੋ ਤਾਂ ਤੁਹਾਨੂੰ ਫੇਸ ਤੋਂ ਨਹੀਂ ਲੱਗਦਾ ਕਿ ਸਰ ਇਦਾਂ ਦੇ ਹੈ ਹੀ ਨਹੀਂ ਸੀ? ਦੇਖੋ ਬਚਪਨ ਦੇ ਵਿੱਚ ਨਾ ਕਿਸੇ ਵੀ ਤੁਸੀਂ ਬੱਚੇ ਦੇ ਫੇਸ ਨੂੰ ਦੇਖ ਕੇ ਨਹੀਂ ਕਹਿ ਸਕਦੇ ਹੋ ਕਿ ਇਹਨੇ ਵੱਡਾ ਹੋ ਕੇ ਕੀ ਬਣਨਾ ਹੈ, ਤੇ ਬਚਪਨ 'ਚ ਅਸੀਂ ਉਹ ਸਾਰੀਆਂ ਸ਼ਰਾਰਤਾਂ ਕਰਦੇ ਆ। ਨਹੀਂ, ਸ਼ਰਾਰਤ ਕੋਈ ਨਹੀਂ ਕੀਤੀ ਇਦਾਂ ਦੀ ਜਿਹੜੇ ਕਿ ਘਰਦਿਆਂ ਨੂੰ ਲਾਮੇ ਆਣ ਤੇ ਜਾਂ ਮੈਨੂੰ ਛਿੱਤਰ ਪਏ ਜ਼ਰੂਰ ਨੇ, ਪਰ ਘਰੋਂ ਹੀ ਪਏ ਨੇ ਉਦਾਂ ਹੀ, ਉਹਨਾਂ ਨਾਲ ਹੀ ਸ਼ਰਾਰਤਾਂ ਕਰਨ ਤੇ ਬਾਹਰ ਬਹੁਤ ਘੱਟ ਕੀਤੀਆਂ। ਅੱਛਾ, ਤੇ ਸਕੂਲ ਲਾਈਫ ਦੀ ਫਿਰ ਗੱਲ ਕਰ ਲੈਂਦੇ ਆ ਕਿ ਸਕੂਲ ਦੇ ਵਿੱਚ ਕਿਵੇਂ ਦੇ ਬੱਚੇ ਸੀ, ਕਿਵੇਂ ਦੇ ਸਟੂਡੈਂਟ ਸੀ? ਐਵਰੇਜ, ਪਰ ਇੱਕ ਗੱਲ ਸੀ, 5th ਤੱਕ ਮੈਂ ਪੜ੍ਹਿਆ ਗਵਰਨਮੈਂਟ ਸਕੂਲ 'ਚ, ਪਰ ਸੈਕੰਡ ਹੀ ਆਉਂਦਾ ਰਿਹਾ, ਫਸਟ ਕਦੇ ਨਹੀਂ ਆਇਆ। ਪਰ ਮੈਨੂੰ ਹੁਣ ਤੱਕ ਨਹੀਂ ਸਮਝ ਆਇਆ ਕਿਉਂ ਨਹੀਂ ਫਸਟ ਆਇਆ। ਕਿਉਂ, ਮਤਲਬ ਥੋੜੇ ਬਹੁਤ ਨੰਬਰ ਇੱਧਰ ਉੱਧਰ ਹੋ ਜਾਂਦੇ ਸੀ, ਜਾਂ ਫਿਰ ਚੀਟਿੰਗ ਦੇ ਵਿੱਚ ਕਿਤੇ ਕਸਰ ਰਹਿ ਜਾਂਦੀ ਸੀ ਕੋਈ? ਦਿਮਾਗ ਹੀ ਸੈਕੰਡ ਲਈ ਬਣਿਆ। ਅੱਛਾ, ਉਹਦੇ ਪਿੱਛੇ ਦਾ ਕਾਰਨ ਨਹੀਂ ਲੱਭਿਆ ਵੀ ਇਦਾਂ ਕਿਉਂ ਹੋ ਰਿਹਾ? ਨਾ, ਲੱਭਿਆ ਹੀ ਨਹੀਂ, ਤੇ ਹੁਣ ਤੱਕ ਲੱਭਾ ਵੀ ਨਹੀਂ। ਤੇ ਘਰੇ ਆ ਕੇ ਨਹੀਂ ਕਹਿੰਦੇ ਹੁੰਦੇ ਸੀ ਕਦੇ ਕਿ ਮੈਂ ਹਰ ਵੇਲੇ ਸਾਈਕਲ? ਮਾਤਾ ਨੂੰ ਕਹਿੰਦੇ ਸੀ, ਮਾਤਾ ਇਹ ਕਿ ਸਾਈਕਲ ਕੀ ਹੁੰਦੀ ਹੈ? ਸਾਈਕਲ ਉਹਨੇ ਕਹਿਣਾ ਸਾਈਕਲ ਕੀ, ਮਤਲਬ ਛੋਟਾ ਬੱਚਾ ਸੈਕੰਡ ਨੂੰ, ਦੇਖੋ ਪੰਜਾਬੀ ਮੀਡੀਅਮ ਸਕੂਲ 'ਚ ਪੜ੍ਹਦੇ ਸੀ, ਸੈਕੰਡ ਸਾਨੂੰ ਪਤਾ ਨਹੀਂ ਸੀ ਜ਼ਿਆਦਾ, ਸਾਈਕਲ ਹੀ ਸਮਝਣਾ ਵੀ ਸਾਈਕਲ ਕੀ ਹੈ, ਤੇ ਉਹ ਗੱਲਾਂ ਕਰਨੀਆਂ। ਪਰ ਹੁਣ ਉਹ ਸੋਚ ਕੇ ਹਾਸਾ ਆਉਂਦਾ, ਯਾਰ ਕੀ ਕਰਦੇ ਸੀ। ਫਿਰ ਅੱਜ ਤੱਕ ਕਿੰਨੇ ਕੁ ਸਾਈਕਲ ਇਕੱਠੇ ਕੀਤੇ ਤੁਸੀਂ? ਹਾਂ, ਸਾਈਕਲ ਤੇ ਨਹੀਂ, ਮੋਟਰਸਾਈਕਲ ਇਕੱਠੇ ਕਰ ਲਏ। ਅੱਛਾ, ਮਤਲਬ ਫਸਟ ਆ ਗਏ ਹੋ? ਹਾਂ, ਹੁਣ ਜ਼ਿੰਦਗੀ 'ਚ ਫਸਟ ਆ ਗਏ। ਵਾਹ, ਬਹੁਤ ਸੋਹਣੀ ਗੱਲ ਹੈ। ਇੰਨੀ ਜ਼ਿਆਦਾ ਸਟਰਗਲ ਰੱਬ ਨੇ ਮਿਹਰਬਾਨੀ ਕੀਤੀ ਹੈ ਕਿ ਲਿਖੀ ਨਹੀਂ। ਹਰ ਚੀਜ਼ ਆਰਾਮ ਨਾਲ ਮਿਲਦੀ ਗਈ, ਜ਼ਿਆਦਾ ਸਟਰਗਲ ਨਹੀਂ ਕੀਤੀ। ਜੋਬ ਕਰ ਲਓ, ਮੈਰਿਜ, ਬੱਚੇ, ਜਾਂ ਇਹ ਐਕਟਿੰਗ ਲਾਈਨ, ਕੋਈ ਜ਼ਿਆਦਾ ਸਟਰਗਲ ਕਰਨੀ ਨਹੀਂ ਪਈ। ਤੇ ਇਸ ਪਿੱਛੇ ਉਸੇ ਵਾਹਿਗੁਰੂ ਦਾ ਹੱਥ ਹੈ। ਮਤਲਬ ਪਰਮਾਤਮਾ ਨੇ ਖੁਦ ਥਾਲੀ ਵਿੱਚ ਪਰੋਸ ਕੇ ਦਿੱਤੀ। ਜਿਹਨੇ ਜੋਗੇ ਨਹੀਂ ਸੀ ਉਹ ਵੀ ਉਹਨੇ ਦਿਖਾਤਾ। ਵਾਹ।
ਸੋ ਇੱਕ ਪੋਜ਼ਿਟਿਵ ਐਟੀਟਿਊਡ ਲੈ ਕੇ ਚੱਲੇ ਸੀ ਤੁਸੀਂ ਲਾਈਫ ਦੇ ਵਿੱਚ, ਆਲਾ ਦੁਆਲਾ ਉੱਦਾਂ ਦਾ ਸੀਗਾ, ਪੜ੍ਹਾਈ ਚੰਗੀ ਹੋਈ ਹੈ ਤੇ ਫਾਦਰ ਸਾਹਿਬ ਵੀ ਜਿਵੇਂ ਦੱਸਿਆ ਕਿ ਉਹਨਾਂ ਨੂੰ ਵੀ ਐਕਟਿੰਗ ਦਾ ਸ਼ੌਂਕ ਸੀਗਾ ਤੇ ਜਿਹੜੇ ਐਕਟਰ ਹੁੰਦੇ ਨੇ ਉਹ ਆਪਣਾ ਮਾਹੌਲ ਹੀ ਇਸ ਤਰੀਕੇ ਦਾ ਬਣਾ ਲੈਂਦੇ ਨੇ ਆਲੇ ਦੁਆਲੇ ਕਿ ਬਹੁਤ ਚੰਗਾ ਲੱਗਦਾ ਹੈ, ਤੁਸੀਂ ਗਰੋ ਕਰਦੇ ਹੋ ਅੱਗੇ ਜਾ ਕੇ, ਹੈ ਨਾ। ਸੋ ਆਪਾਂ ਵੀ ਹੁਣ ਥੋੜਾ ਜਿਹਾ ਅੱਗੇ ਵਧੀਏ ਕਿਉਂਕਿ ਟਾਈਮ ਹੋ ਰਿਹਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਨੇ ਆ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਸਾਡੇ ਅੱਜ ਦੇ ਮਹਿਮਾਨ ਨੇ ਅਸ਼ੋਕ ਸਲਾਰੀਆ ਜੀ। ਪੂਜਾ ਜੀ, ਐਕਟਰ ਬੰਦੇ ਸਾਡੇ ਵਿਹੜੇ ਵਿੱਚ ਆਏ ਹੋਣ ਜੀ ਤੇ ਡਾਇਲੌਗ ਨਾ ਸੁਣੀਏ, ਇਦਾਂ ਹੋ ਸਕਦਾ? 2.5 ਕਿਲੋ का हाथ किसी के पड़ता है। वो वाला डायलॉग ਨਹੀਂ ਸਰ ਆਪਣਾ ਸੁਣਾਉਣਗੇ। ਚਲੋ ਆਪਣਾ ਕਿਹੜਾ ਸੁਣਾਈਏ ਬਈ? ਕੋਈ ਵੀ ਸੁਣਾ ਦਿਓ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ, ਜਿਹੜਾ ਤੁਸੀਂ ਕੀਤਾ ਹੋਵੇ ਫਸਟ ਟੇਕ ਦੇ ਵਿੱਚ। ਯਾਰ ਤੂੰ ਪਹਿਲੇ ਤਾਂ ਸੁਣਾ ਦੇ। ਅੱਛਾ ਹੈ ਇਹ ਵੀ ਅੱਛਾ ਡਾਇਲੌਗ ਸੀ। ਨਹੀਂ ਉਹ ਵੇਰੀਏਸ਼ਨ ਵਧੀਆ ਸੀ। ਹਾਂ ਯਾਰ ਤੂੰ ਪਹਿਲਾਂ ਤਾਂ ਸੁਣਾ। ਪਹਿਲੇ ਤਾਂ ਸੁਣਾ ਸੀ ਯਾਰ। ਨਹੀਂ ਇਹ ਕੀਤਾ ਤੇ ਕਦੇ ਨਹੀਂ, ਪਰ ਆਡੀਸ਼ਨ ਚ ਨਾ ਇਹ ਡਾਇਲੌਗ। राय साहब, हम और आप जब भी मिले हैं यूं ही ड्रिंक्स पे मिले हैं। मुझे लगता था जितने बड़े आदमी आप हो, आपका बिजनेस भी ऐसा होगा और आपके ताल्लुकात भी ऐसे होंगे, पर नहीं, मैं गलत था। बेटी को दहेज देने से कोई आप उसकी सपोर्ट नहीं करते, बल्कि उसे अच्छी शिक्षा दो। मुझे तो आप जानते हैं कि मैं कैसे परिवार से और यहाँ तक कैसे पहुँचा हूँ। मैंने बेटी को बैंक बैलेंस नहीं दिया, लेकिन अच्छी शिक्षा दी है, इसलिए आज वो डीएम है। खैर छोड़िए, आप सुनाइए कैसे आए? बहुत बढ़िया। ਅੱਛਾ, ਮੈਨੂੰ ਲੱਗਾ ਤੁਸੀਂ ਉਹਨਾਂ ਦਾ ਜਵਾਬ नहीं ਦਿੱਤਾ ਹੈ नहीं ਕਿ मैं ਬਹੁਤ जवाब भी ਵਧੀਆ। देता वो भी देता। बहुत बढ़िया। क्या बात सर, क्या बात। ਸੋ ਮਤਲਬ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਆਡੀਸ਼ਨ ਤੁਸੀਂ ਬਣਾਇਆ ਹੈ ਇਹ ਕਿਸੇ ਫਿਲਮ ਦੇ ਵਿੱਚ ਵੀ ਡਾਇਲੌਗ ਲਿਆ ਜਾਵੇ ਤਾਂ ਫਿਰ ਅਸੀਂ ਤੁਹਾਨੂੰ ਉੱਥੇ ਇਹ ਡਾਇਲੌਗ ਬੋਲਦੇ ਦੇਖੀਏ। बिल्कुल। ऑडिशन काफ़ी जगह भेजा है और ये ठीक ही सक्सेसफुल है। बाकी और पूछो, चुप करके भागे हो। ਸਾਨੂੰ ਲੱਗਾ ਤੁਸੀਂ ਇੰਨੇ ਸੀਰੀਅਸ ਹੋਏ ਹੋ, ਕੋਈ ਗੱਲ ਕਰਨ ਲੱਗੇ ਹੋ। ਪਤਾ ਨਹੀਂ ਹੁਣ ਇੱਕਦਮ ਕਰੰਟ ਜਿਹਾ ਕਿਵੇਂ ਆਇਆ, ਤਾਰ ਤੂਰ ਤਾਂ ਨਹੀਂ ਲੱਗੀ ਕਿੱਥੇ ਪਤਾ ਨਹੀਂ, ਦੇਖਣਾ ਪੈਣਾ। नहीं हो ਵੋਲਟੇਜ ਪਿੱਛੇ ਜ਼ਿਆਦਾ ਤਾਂ ਛੱਡਦੀ डबल बैटरी इंजन लग गया। दो बैटरियां लग गई। ਵਾਹ ਵਾਹ ਵਾਹ। ਹੁਣ ਆਪਾਂ ਗੱਲ ਕਰਦੇ ਇਹਨਾਂ ਦੀ ਕਾਲਜ ਲਾਈਫ ਦੀ। ਕਰੋ ਫਿਰ। ਹਾਂ, ਤੁਸੀਂ ਵੀ ਕਰ ਸਕਦੇ ਸੀ, ਚਲੋ ਮੈਂ ਹੀ ਕਰ ਲੈਂਦੀ ਹਾਂ। ਕਾਲਜ ਲਾਈਫ ਦੀ ਗੱਲ ਕਰਦੇ ਹਾਂ। ਕਾਲਜ ਲਾਈਫ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਲੋਕਾਂ ਦੇ ਰਹੇ ਹੁੰਦੇ ਆ ਔਰ ਕਈਆਂ ਦੇ, ਮੇਰੇ ਵਰਗਿਆਂ ਦੇ ਸਿਰਫ ਕਲਾਸਾਂ ਹੀ ਲਾਈਆਂ ਹੁੰਦੀਆਂ, ਹੋਰ ਜ਼ਿਆਦਾ ਕੋਈ ਖਾਸ ਐਕਸਪੀਰੀਅੰਸ ਰਿਹਾ ਨਹੀਂ। ਕਲਾਸਾਂ ਲਾਈਆਂ? ਕਲਾਸਾਂ ਜ਼ਰੂਰ ਲਾਈਆਂ ਨੇ, ਹੋਰ ਭਾਵੇਂ ਕੁਝ ਕੀਤਾ ਨਾ ਹੋਵੇ। ਤੁਹਾਡੀ ਕਾਲਜ ਲਾਈਫ ਦੇ ਵਿੱਚ ਕਿਵੇਂ ਦਾ ਰਿਹਾ? ਕਾਲਜ ਚ ਐਂਟਰੀ ਸੀ ਮੇਰੀ 1980 ਚ। ਹਿਸਾਬ ਲਾ ਲਈਏ ਹੁਣ ਕਿੰਨੀ ਉਮਰ ਹੋਊਗੀ 79 ਤੇ ਹੁਣ ਹਿਸਾਬ ਲਾ ਲਈਏ ਕਿੰਨੀ ਉਸ ਵੇਲੇ ਉਮਰ ਹੋਊਗੀ ਤੇ ਹੁਣ ਉਮਰ ਕਿੰਨੀ ਆ? ਤੂੰ ਮੈਂ ਤਾਂ ਪੁੱਛ ਹੀ ਲੈ। ਮੈਂ ਕਿਹੜਾ ਦੱਸਣਾ, ਪੁੱਛ ਕੇ ਦੇਖ। ਨਹੀਂ ਕੋਈ ਗੱਲ ਨਹੀਂ, ਸ਼ੋਅ ਦੇ ਐਂਡ ਤੱਕ ਆਉਂਦੇ ਆਉਂਦੇ ਸਾਨੂੰ ਆਪ ਹੀ ਪਤਾ ਲੱਗ ਜਾਣੀ ਤੇ ਸਾਰਿਆਂ ਨੂੰ ਪਤਾ ਲੱਗਣੀ ਉਮਰ ਕਿੰਨੀ ਹੈਗੀ ਹੈ। ਪਰ ਕੈਲਕੂਲੇਟ ਕਰ ਲਓ ਜੀ। ਨਹੀਂ ਸਰ, ਉਹ ਤਾਂ ਇੱਕ ਚਲੋ ਆਪਾਂ ਮਜ਼ਾਕ ਕਰਦੇ ਪਏ ਆ, ਪਰ ਇੱਕ ਦਰਸ਼ਕਾਂ ਵਾਸਤੇ ਵੀ ਮਿਸਾਲ ਹੈ ਕਿ ਕਿਸ ਉਮਰ ਵਿੱਚ ਆ ਕੇ ਇਹਨਾਂ ਨੇ ਜਿਹੜਾ ਬਾਲੀਵੁੱਡ ਗਾਣਿਆਂ ਦੇ ਵਿੱਚ ਜਿਹੜੀ ਇਹ ਐਕਟਿੰਗ ਲਾਈਨ ਦੇ ਵਿੱਚ ਕਦਮ ਰੱਖਿਆ ਹੈ। ਮੈਨੂੰ ਲੱਗਦਾ ਕਿ ਸਾਰਿਆਂ ਲਈ ਇਹ ਚੀਜ਼ ਜ਼ਰੂਰੀ ਹੈ ਬਿਲਕੁਲ ਕਿ ਉਮਰ ਮਾਇਨੇ ਨਹੀਂ ਰੱਖਦੀ ਸਰ, ਜੀ ਦਿਲ ਹੋਣਾ ਚਾਹੀਦਾ ਜਵਾਨ। ਉਮਰ ਅੱਜ ਕੀ ਰੱਖਿਆ? ਬਿਲਕੁਲ ਬਿਲਕੁਲ। ਚਲੋ ਫਿਰ ਆ ਜਾਓ ਹੁਣ ਕਾਲਜ ਲਾਈਫ ਤੇ। ਕਾਲਜ ਲਾਈਫ ਤੇ ਇਹ ਹੈ ਵੀ ਕਿ ਮੈਂ 1979 ਚ ਕਾਲਜ ਐਂਟਰ ਕੀਤਾ ਜੀ। ਡੀਵੀ ਕਾਲਜ ਜਲੰਧਰ, ਔਰ 1983 1983
ਉੱਤੋਂ ਮੈਂ ਪਾਸ ਆਊਟ ਹਾਂ, ਗ੍ਰੈਜੂਏਟ ਹਾਂ। ਉਸ ਤੋਂ ਮਤਲਬ ਬਾਅਦ 84 ਤੋਂ ਪਹਿਲਾਂ ਨਿਕਲ ਗਏ ਸੀ ਨਹੀਂ, ਕਾਲਜ ਤੋਂ? ਨਹੀਂ, ਉਸ ਤੋਂ ਬਾਅਦ ਮੈਂ ਐਮਏ ਵੀ ਜੁਆਇਨ ਕੀਤੀ। ਅੱਛਾ। ਤੁਸੀਂ ਸੁਣ ਕੇ ਯਾਰ ਹੱਸਣਾ ਨਹੀਂ, ਮੈਂ ਸੰਸਕ੍ਰਿਤ ਐਮਏ ਜੁਆਇਨ ਕੀਤੀ ਸੀ। ਮਤਲਬ ਕੀ ਸੋਚ ਕੇ? ਮਤਲਬ ਕੀ ਸੋਚ ਕੇ? ਕਿਉਂਕਿ ਸਾਨੂੰ ਤਾਂ 10ਵੀਂ ਤੱਕ ਵੀ ਸੰਸਕ੍ਰਿਤ ਔਖੀ ਲੱਗਦੀ ਮੈਨੂੰ ਆਪ ਸੀ। ਨਹੀਂ ਸੀ ਪਤਾ, ਅੱਛਾ। ਪਰ ਅੱਜ ਤੱਕ ਵੀ ਇੱਕ ਪੇਪਰ ਰਹਿੰਦਾ ਹੈ ਅੱਛਾ ਜੀ। ਸੰਸਕ੍ਰਿਤ ਦਾ। ਤੇ ਕਿਸੇ ਨੇ ਕਿਹਾ ਸੀ ਵੀ ਸੰਸਕ੍ਰਿਤ ਰੱਖਣੀ ਆ? ਉਹ ਨਹੀਂ, ਉਹ ਕਹਿੰਦੇ ਨੰਬਰ ਜ਼ਿਆਦਾ ਦਿੰਦੇ ਆ। ਤੇ ਉਹ ਪੇਪਰ ਹੀ ਨਹੀਂ ਦਿੱਤਾ ਗਿਆ ਮੁੜ ਕੇ? ਨਾ ਰਿਜ਼ਲਟ ਲੈਣ ਗਏ, ਨਾ ਪੇਪਰ ਦਿੱਤਾ ਗਿਆ। ਅੱਛਾ। ਇੰਨੀ ਦੇਰ ਨੂੰ ਬੈਂਕ ਦਾ ਕੰਪੀਟੀਸ਼ਨ ਲੜਦੇ ਸੀ, ਉਹਦਾ ਰਿਜ਼ਲਟ ਆ ਗਿਆ ਅੱਛਾ। ਤੇ ਉਧਰ ਜੁਆਇਨ ਕਰ ਲਿਆ। ਤੇ ਬੈਂਕ ਵੱਲ ਕਿੱਦਾਂ ਸਬੱਬ ਬਣਿਆ? ਕਿਉਂਕਿ ਜੇ ਤੁਸੀਂ ਕਹਿੰਦੇ ਕਿ ਸੰਸਕ੍ਰਿਤ ਜੁਆਇਨ ਕਰ ਲਈ ਸੀਗੀ, ਤੇ ਸੰਸਕ੍ਰਿਤ ਦੇ ਵਿੱਚ ਕਦੇ ਸੋਚਿਆ ਸੀ ਕਿ ਅੱਗੇ ਕਰੀਅਰ ਬਣੇਗਾ ਜਾਂ ਫਿਰ ਵੈਸੇ ਹੀ? ਨਹੀਂ, ਦੇਖੋ ਮੇਰੇ ਕੋਲ ਗ੍ਰੈਜੂਏਸ਼ਨ ਤੱਕ ਸੰਸਕ੍ਰਿਤ ਸੀ ਨਾਲ ਇੱਕ ਸਬਜੈਕਟ, ਔਰ ਇੱਕ ਤਾਂ ਵਧੀਆ ਲੱਗਦਾ ਸੀ, ਔਰ ਵੈਸੇ ਵੀ ਸਕੋਰਿੰਗ ਅੱਛੀ ਹੁੰਦੀ ਸੀ। ਇਹੀ ਸੋਚ ਕੇ ਚਲੋ ਕੁਛ ਤਾਂ ਕਰਨਾ ਹੀ ਹੈ, ਹੁਣ BA ਕਰ ਲਈਏ, ਇਸ ਤੋਂ ਬਾਅਦ ਕੁਛ ਕਰੀਏ। ਸੰਸਕ੍ਰਿਤ ਜੁਆਇਨ ਕਰ ਲਈ, ਕਿਉਂਕਿ ਆਪਣੇ ਇੱਕ ਦੋ ਦੋਸਤ ਹੈਗੇ ਸੀ, ਕਿਉਂਕਿ ਮੁੰਡੇ ਬਹੁਤ ਘੱਟ ਪੜ੍ਹਦੇ ਨੇ ਸੰਸਕ੍ਰਿਤ, ਤੇ ਉਹ ਫਿਰ ਆਪਾਂ ਇਕੱਠਿਆਂ ਜੁਆਇਨ ਕੀਤੀ ਜੀ। ਤੇ ਮੈਂ ਤਾਂ ਬੈਂਕ 'ਚ ਆ ਗਿਆ ਤੇ ਰਿਜ਼ਲਟ ਉੱਥੇ ਰਹਿ ਗਿਆ। ਠੀਕ ਹੈ। ਸਰ ਨੇ ਹੁਣ ਕਾਲਜ ਦੇ ਵਿੱਚ ਆਪਾਂ ਜਦੋਂ ਪਹਿਲਾਂ ਗੱਲ ਕਰਦੇ ਸੀ ਉਦੋਂ ਵੀ ਦੱਸਿਆ ਕਿ ਕਾਲਜ ਦੇ ਵਿੱਚ ਤੁਸੀਂ ਥੀਏਟਰ ਕੀਤਾ। ਹਾਂ, ਕਾਲਜ 'ਚ ਡਿਪਾਰਟਮੈਂਟ ਸੀਗਾ ਸਾਡਾ, ਸੰਸਕ੍ਰਿਤ ਡਿਪਾਰਟਮੈਂਟ। ਉਹਦੇ ਜਦੋਂ ਪ੍ਰੋਗਰਾਮ ਹੁੰਦੇ ਸੀ ਉਹਦੇ 'ਚ ਥੀਏਟਰ ਇੱਕ ਦੋ ਪਲੇ ਕੀਤੇ ਨੇ, ਪਰ ਕੀੜਾ ਤਾਂ ਹੈਗਾ ਸੀ। ਇਹ ਸਬੱਬ ਕਿਵੇਂ ਬਣਿਆ ਇਹ ਨਾਟਕ ਕਰਨ ਦਾ? ਮਤਲਬ ਡਿਪਾਰਟਮੈਂਟ ਦਾ ਹੈ ਨਾ, ਕੋਈ ਫੰਕਸ਼ਨ ਹੋਣਾ ਤੇ ਉਦੋਂ ਸਾਰੇ ਮਿਲ ਕੇ ਕਰਦੇ, ਜਿੰਨੇ ਸਟੂਡੈਂਟ ਹੁੰਦੇ ਸੀ, ਤੇ ਅਸੀਂ ਪਾਰਟਿਸਿਪੇਟ ਕਰਦੇ ਸੀ ਵਿੱਚ। ਤੁਹਾਨੂੰ ਯਾਦ ਹੈ ਵੀ ਤੁਸੀਂ ਕਿਹੜਾ ਕਰੈਕਟਰ ਕੀਤਾ ਸੀ? ਕੋਈ ਕਮੇਡੀ ਥੀਏਟਰ ਸੀ ਯਾਰ, ਇਹਨਾਂ ਯਾਦ ਨਹੀਂ ਹੈਗਾ ਹੁਣ। 1984 ਦੀਆਂ ਗੱਲਾਂ। ਅੱਛਾ, ਉਦੋਂ 84 ਦੇ ਵਿੱਚ ਫਿਰ ਥੀਏਟਰ, ਕਿਉਂਕਿ ਮਾਹੌਲ ਉਦੋਂ ਬਹੁਤ ਖਰਾਬ ਸੀਗਾ, ਤੇ ਉਸ ਮਾਹੌਲ ਦਾ ਤੁਹਾਡੀ ਜ਼ਿੰਦਗੀ ਤੇ ਕੋਈ ਅਸਰ ਹੋਇਆ? ਨਹੀਂ, ਕੋਈ ਅਸਰ ਨਹੀਂ ਹੋਇਆ। ਤੁਸੀਂ ਇੰਨਾ ਸੀਰੀਅਸ ਹੋ ਕੇ ਕਿਉਂ ਜਵਾਬ ਦੇ ਰਹੇ ਹੋ? ਮੈਨੂੰ ਇਦਾਂ ਲੱਗਦਾ ਕਿ ਮੈਂ ਬਹੁਤ ਸੀਰੀਅਸ ਸਵਾਲ ਪੁੱਛ ਲਿਆ। ਨਹੀਂ, ਤੂੰ ਸੀਰੀਅਸ ਪੁੱਛਿਆ ਹੈ? ਨਹੀਂ ਨਹੀਂ, ਇਹਨੇ ਕਿਹਾ ਨਹੀਂ ਵੀ ਮਤਲਬ ਕੋਈ ਅਸਰ ਕਿਉਂਕਿ ਹੋਇਆ? ਉਸ ਵੇਲੇ ਪੰਜਾਬ ਦੇ ਹਾਲਾਤ, ਦਿੱਲੀ ਦੇ ਹਾਲਾਤ ਬਹੁਤ ਮਾੜੇ ਸੀ। ਉਹ ਤਾਂ ਹੈ ਸੀ, ਹਾਲਾਤ ਤੇ ਖਰਾਬ ਸੀਗੇ, ਹਾਲਾਤ ਮਾੜੇ ਸੀਗੇ। ਬਾਕੀ ਦੰਗੇ ਵੀ ਹੋ ਰਹੇ ਸੀ, ਸਭ ਕੁਝ। ਜਦੋਂ ਅਸੀਂ ਮਤਲਬ ਮੈਡੀਕਲ ਕਰਵਾ ਰਹੇ ਸੀ ਮੈਂ, ਉਦੋਂ ਵੀ ਇੱਕ ਵੈਨ ਲੰਘ ਰਹੀ ਸੀ ਜਿਨ੍ਹਾਂ ਨੂੰ ਲਿਜਾ ਕੇ, ਔਰ ਨਾਅਰੇ ਲੱਗ ਰਹੇ ਸੀ, ਨਾਅਰੇ। ਮਤਲਬ ਉਸ ਵੇਲੇ ਦੇ ਜੋ ਪ੍ਰਧਾਨ ਮੰਤਰੀ ਸੀਗੇ ਉਹਦੇ ਅਗੇਂਸਟ। ਅੱਛਾ। ਹਾਂ, ਤੇ ਇੱਦਾਂ ਦਾ ਮਾਹੌਲ ਸੀ। ਬਾਕੀ ਪਤਾ ਵੀ ਇੱਥੇ ਹੀ ਰਹਿਣਾ ਹੈ, ਪੰਜਾਬ 'ਚ ਹੀ ਰਹਿਣਾ, ਤੇ ਇਹ ਕੁਛ ਦੇਖਣਾ ਪੈਣਾ, ਕਰਨਾ ਪੈਣਾ ਸਭ ਦੇ ਨਾਲ ਆ। ਕਿਉਂਕਿ ਉਦੋਂ ਮਾਹੌਲ ਖਰਾਬ ਸੀ। ਤੇ ਕਦੀ ਪਰਿਵਾਰ ਨੇ ਨਹੀਂ ਕਿਹਾ ਕਿ ਕਾਲਜ ਜਾਣਾ ਬੰਦ ਕਰ ਦਿਓ? ਨਹੀਂ, ਕੋਈ ਸਪੋਰਟ ਇੱਦਾਂ ਦੀ ਨਹੀਂ, ਐਡਵਰਟਸ ਨਹੀਂ ਕਦੀ ਵੀ। ਫਾਦਰ ਸੀ ਤੇ ਮਦਰ ਤੇ ਆਪਣੇ, ਮੈਂ ਜਦੋਂ ਅਜੇ ਸਕੂਲ 'ਚ ਸੀ ਤਾਂ ਡੈਥ ਹੋ ਗਈ ਸੀ। ਅੱਛਾ। ਤੇ ਫਾਦਰ ਸੀ, ਉਹ ਫਿਰ ਉਹਨਾਂ ਤੇ ਕਹਿੰਦੇ ਬੱਚਾ ਪੜ੍ਹਦਾ ਪਿਆ, ਕੁਛ ਵੀ ਪੜ੍ਹਦਾ ਪਿਆ, ਕੌਣ ਰੋਕੇਗਾ? ਉਹ ਆਪ ਇੱਥੇ ਕਿਤੇ ਜਾਣ ਨੂੰ ਤਿਆਰ ਨਹੀਂ ਸੀ, ਤੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ। ਤੇ ਮਤਲਬ ਉਦੋਂ ਵੀ ਤੁਸੀਂ ਆਪਣੀ ਕਾਲਜ ਲਾਈਫ ਜਿਹੜੀ ਸੀ ਉਹ ਕੰਟੀਨਿਊ ਕੀਤੀ, ਆਪਣੀ ਸਟੱਡੀ ਨਹੀਂ ਰੁਕਣ ਦਿੱਤੀ, ਹੈ ਨਾ? ਹਾਂਜੀ, ਹਾਂਜੀ। ਜੀ। ਤੇ ਉਸ ਤੋਂ ਬਾਅਦ ਕੋਈ ਹੋਰ ਸਕੂਲ ਦੀ ਜਾਂ ਕਾਲਜ ਦੀ ਕੋਈ ਅਚੀਵਮੈਂਟ ਰਹੀ ਹੋਵੇ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਰਹੀ ਹੋਵੇ? ਫਰਸਟ ਟਾਈਮ ਕੋਈ ਸਰਟੀਫਿਕੇਟ ਜਾਂ ਕੋਈ ਅਵਾਰਡ ਕਦੋਂ ਮਿਲਿਆ ਸੀ ਤੁਹਾਨੂੰ? ਕੋਈ ਅਵਾਰਡ ਮਿਲਿਆ? ਕੋਈ ਅਵਾਰਡ ਨਹੀਂ ਮਿਲਿਆ। ਅੱਛਾ, ਮੈਂ ਸੋਚ ਰਹੀ ਹਾਂ ਮੈਨੂੰ ਲੱਗਦਾ ਕਿ ਸੀਰੀਅਸ ਹੋ ਗਿਆ। ਹਾਂ, ਕਿੰਨੇ ਕੁ ਅਵਾਰਡ ਮਿਲ ਚੁੱਕੇ ਨੇ? ਇੱਕ ਆ ਸੀਗਾ, ਕੋਈ ਅਵਾਰਡ ਨਹੀਂ ਮਿਲਿਆ। ਮੈਂ ਕਿਤੇ ਹੀ ਕੁਝ ਨਹੀਂ। ਕੀ ਕਰਨਾ ਪੜ੍ਹੇ ਬਸ। ਅੱਛਾ, ਪੜ੍ਹਾਈ ਦੇ ਵਿੱਚ ਤਾਂ ਕਦੇ ਕੋਈ ਸਰਟੀਫਿਕੇਟ ਕੁਝ ਮਿਲਿਆ ਹੋਏਗਾ? ਡਿਗਰੀ ਤਾਂ ਲੈ ਕੇ ਆਏ ਹੋ, ਉਹ ਤਾਂ ਡਿਗਰੀ ਤਾਂ ਕਰਨੀ ਤੇ ਉਹ ਤਾਂ ਮਿਲਦਾ ਹੀ। ਫਿਰ ਇਦਾਂ ਤਾਂ ਨਾ ਕੁਝ ਮਿਲੇ ਹੀ ਨਹੀਂ। ਹਾਂ, ਤੇ ਫਿਰ
ਨਹੀਂ ਸਰ, ਬਹੁਤ ਕੁਝ ਤੁਸੀਂ ਅਚੀਵ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਉਹ ਅੱਜ ਦਰਸ਼ਕ ਵੀ ਦੇਖ ਰਹੇ ਆ। ਬਿਲਕੁਲ, ਚਲੋ ਇਹ ਤਾਂ ਮਜ਼ਾਕ ਆਪਣਾ ਇੱਕ ਸਾਈਡ ਤੇ ਮਜ਼ਾਕ ਤੁਹਾਡਾ ਹੱਕ ਹੈ, ਬੱਚੇ ਹੋ ਤੁਸੀਂ ਕਰਨਾ ਹੀ ਕਰਨਾ ਹੈ। ਹਾਂਜੀ ਕਿਉਂਕਿ ਸਾਡੇ ਕੋਲੋਂ ਸਿੱਖਣਾ ਮਜ਼ਾਕ ਕਰਨਾ ਤੁਸੀਂ। ਵੈਸੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹ ਸਿਰਫ ਕੈਮਰਾ ਤੇ ਅਸੀਂ ਬੱਚਿਆਂ ਦਾ ਅਸੀਂ ਮਜ਼ਾਕ ਕਰ ਰਹੇ ਹਾਂ, ਕੈਮਰਾ ਆਫ ਕਰਨ ਤੇ ਤਾਂ ਇਹ ਸਭ ਤੋਂ ਜ਼ਿਆਦਾ ਮਜ਼ਾਕ ਸਾਡੇ ਨਾਲ ਕਰਦੇ ਨੇ, ਅਸੀਂ ਇਸ ਕਰਕੇ ਮਜ਼ਾਕ ਕਰ ਰਹੇ ਹਾਂ। ਮੈਂ ਇਸ ਵੇਲੇ ਬਹੁਤ ਸੀਰੀਅਸ ਹਾਂ। ਸਾਨੂੰ ਦੇਖੋ, ਅਸੀਂ ਨਹੀਂ ਚਾਹੁੰਦੇ ਤੁਸੀਂ ਜ਼ਿਆਦਾ ਸੀਰੀਅਸ ਹੋ, ਸਾਨੂੰ ਗੱਲਾਂ ਦੱਸੋ ਵਧੀਆ ਵਧੀਆ, ਆਪਣੇ ਕੋਈ ਕਿੱਸੇ ਸੁਣਾਓ, ਸਾਡੇ ਦਰਸ਼ਕ ਸੁਣਨਾ ਚਾਹੁੰਦੇ ਨੇ। ਹੁਣ ਅੱਗੇ ਗੱਲ ਕਰੀਏ ਆਪਾਂ ਬੈਂਕ ਦੀ। ਬੈਂਕ ਦੀ ਗੱਲ ਕਰ ਲੈਂਦੇ ਆ। ਕੰਪੀਟੀਸ਼ਨ ਤੁਸੀਂ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ, ਦੈਨ ਤੁਸੀਂ ਬੈਂਕ ਦੇ ਵਿੱਚ ਜੁਆਇਨ ਕਰ ਲਈ ਆਪਣੀ ਜੌਬ ਨੂੰ, ਤੇ ਉਹ ਫਿਰ ਕਿਵੇਂ ਦਾ ਸਫ਼ਰ ਰਿਹਾ ਤੁਹਾਡਾ ਬੈਂਕ ਦਾ, ਔਰ ਕਿੰਨੇ ਸਾਲ ਜੌਬ ਕੀਤੀ ਤੁਸੀਂ? ਬੈਂਕ 'ਚ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿ ਦੱਸਿਆ ਕਿ 83 'ਚ ਮੈਂ ਗ੍ਰੈਜੂਏਸ਼ਨ ਕਰ ਲਈ, 84 'ਚ ਬੈਂਕ ਜੁਆਇਨ ਕਰ ਲਿਆ ਸੀ। ਜ਼ਿਆਦਾ ਸਟਰਗਲ ਨਹੀਂ ਕਰਨੀ ਪਈ, ਔਰ 2017 ਤੱਕ ਮੈਂ ਜੌਬ ਕੀਤੀ ਹੈ। ਵਾਹ। ਅੱਛਾ। ਉਸ ਤੋਂ ਬਾਅਦ ਬੈਂਕ ਦੀ ਸਕੀਮ ਆਈ ਸੀ VRS ਦੀ, ਵਲੰਟਰੀ ਰਿਟਾਇਰਮੈਂਟ ਸਰਵਿਸ, ਉੱਤੇ ਮੈਂ ਐਕਸੈਪਟ ਕਰ ਲਈ ਤੇ ਮੈਂ ਘਰ ਆ ਗਿਆ। ਅੱਛਾ। ਘਰ ਕੀ ਆਇਆ, ਇੱਧਰ ਆ ਗਿਆ। ਮਤਲਬ ਇੱਕ ਲਾਈਨ ਛੱਡੀ ਦੂਸਰੀ ਲਾਈਨ ਸ਼ਿਫਟ ਕਰ ਲਈ। ਅੱਛਾ, ਬੈਂਕ ਦੀ ਤੁਸੀਂ ਹੁਣ ਗੱਲ ਕਰਦੇ ਪਏ ਆ, ਜਦੋਂ ਤੁਸੀਂ ਬੈਂਕ ਦੀ ਨੌਕਰੀ ਕਰਦੇ ਸੀਗੇ ਉਦੋਂ ਵੀ ਕੀੜਾ ਹੋਣਾ ਕਿ ਐਕਟਿੰਗ ਵੱਲ ਜਾਣਾ, ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਬੈਂਕ ਦੀ ਨੌਕਰੀ ਕਰਦੇ ਪਏ ਹੋ ਤੇ ਉਧਰ ਤੁਹਾਡਾ ਸ਼ੂਟ ਹੋਵੇ, ਤੁਸੀਂ ਬੈਂਕ ਦੇ ਵਿੱਚ ਕੰਮ ਕਰ ਰਹੇ ਹੋ, ਕਿ ਇਹ ਜਿਹੜੀ ਲਾਈਨ ਹੈ ਬੈਂਕ ਦੀ ਔਰ ਐਕਟਿੰਗ ਦੀ ਪੈਰਲਲ ਚੱਲੀਆਂ ਜਾਂ ਅੱਗੇ ਪਿੱਛੇ ਆ? ਨਹੀਂ, ਇਹ ਤਾਂ ਚਲੋ ਹੁਣ ਆ ਕੇ 50 ਦੀ ਏਜ ਤੇ ਆ ਕੇ ਮੈਂ ਸ਼ੁਰੂ ਕੀਤਾ ਕੰਮ, ਜਿੱਦਾਂ ਮੈਂ ਪਹਿਲੇ ਦੱਸਿਆ ਤੁਹਾਨੂੰ। ਪਰ ਬੈਂਕ ਦੇ ਜਿਹੜੇ ਫੰਕਸ਼ਨ ਹੁੰਦੇ ਸੀ ਨਾ, ਕਲਚਰਲ ਪ੍ਰੋਗਰਾਮ, ਉਹਨਾਂ 'ਚ ਵੀ ਪਾਰਟਿਸਿਪੇਟ ਕਰੀਦਾ ਸੀ, ਪਲੇ ਵੀ ਕੀਤੇ ਨੇ, ਇੱਕ ਦੋ ਆਪ ਵੀ ਕਰਾਏ ਨੇ। ਵਾਹ। ਤੇ ਉਹ ਫਿਰ ਉਹ ਈਵਨ ਇੱਕ ਤਾਂ ਸ਼ਾਇਦ ਮੈਂ ਲਿਖਿਆ ਵੀ ਸੀ। ਅੱਛਾ ਜੀ। ਹਾਂ, ਉਹ ਸੀਗਾ ਕਾਮੇਡੀ ਪਲੇ ਸੀ, ਨਾਮ ਸੀ ਜ਼ਿੰਦਗੀ। ਤੇ ਉਹ ਸੀ। ਉਸ ਤੋਂ ਇਲਾਵਾ ਇੱਕ ਦੋ ਪਲੇ ਕੀਤੇ ਨੇ। ਉਹ ਤੁਹਾਨੂੰ ਪਤਾ ਹੀ ਜਦੋਂ ਆਰਟਿਸਟ ਕਿੱਦਾਂ ਦੇ ਹੁੰਦੇ ਨੇ ਬੈਂਕ ਵਾਲੇ, ਕਿੱਦਾਂ ਦੇ ਹੁੰਦੇ ਨੇ, ਕਿੱਦਾਂ ਦੇ ਹੁੰਦੇ ਨੇ ਬਸ। ਨਹੀਂ, ਆਪਾਂ ਪਤਾ ਲਾਉਨੇ ਕਿੱਦਾਂ ਦੇ ਹੁੰਦੇ ਨੇ, ਪਰ ਸਮਾਂ ਸਰ ਇੱਥੇ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ, ਤੇ ਅੱਜ ਦੇ ਮਹਿਮਾਨ ਨੇ ਸਾਡੇ ਅਸ਼ੋਕ ਸਲਾਰੀਆ ਜੀ, ਜੋ ਕਿ ਤੁਸੀਂ ਬਹੁਤ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖਿਆ ਹੋਵੇਗਾ, ਗਾਣਿਆਂ ਦੇ ਵਿੱਚ ਉਹਨਾਂ ਨੂੰ ਦੇਖਿਆ ਹੋਵੇਗਾ, ਤੇ ਬਹੁਤ ਵਧੀਆ ਕਲਾਕਾਰਾਂ ਦੇ ਨਾਲ ਤੇ ਵੱਡੇ ਕਲਾਕਾਰਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੋਇਆ ਹੈ। ਤੇ ਬਾਕੀ ਹੁਣ ਜਿਹੜੀ ਗੱਲਬਾਤ ਹੈ ਅਸੀਂ ਉਹਨਾਂ ਤੋਂ ਹੀ ਜਾਣਾਂਗੇ ਕਿ ਅਸਲ ਦੇ ਵਿੱਚ ਬੈਂਕ ਤੋਂ ਸ਼ਿਫਟ ਕਿੱਦਾਂ ਕੀਤਾ ਇਸ ਕਰੀਅਰ ਦੇ ਵਿੱਚ, ਉਹ ਗੱਲਬਾਤ ਕਰਦੇ ਹਾਂ। ਅੱਛਾ ਸਰ, ਤੇ ਹੁਣ ਤੁਸੀਂ ਇਹ ਦੱਸੋ ਕਿ ਬੈਂਕ ਦੇ ਵਿੱਚ ਜਦੋਂ ਤੁਸੀਂ ਜੌਬ ਕਰ ਰਹੇ ਸੀਗੇ, ਕਿਉਂਕਿ ਇੱਕ ਜਿਹੜਾ ਕਲਾਕਾਰ ਹੁੰਦਾ ਨਾ, ਉਹਦੇ ਅੰਦਰ ਇੱਕ ਕੀੜਾ ਹੁੰਦਾ ਹੈ ਕਿ ਮੈਂ ਐਕਟਿੰਗ ਕਰਨੀ ਆ, ਜਾਂ ਅਗਰ ਲਿਖਣਾ ਤਾਂ ਮੈਂ ਲਿਖਣਾ ਆ, ਕੁਝ ਵੀ ਹਨਾ, ਇਹ ਚੀਜ਼ਾਂ ਹੁੰਦੀਆਂ ਨੇ। ਤੇ ਜਦੋਂ ਤੁਸੀਂ ਬੈਂਕ ਦੇ ਵਿੱਚ ਜੌਬ ਕਰ ਰਹੇ ਸੀ ਤੇ ਤੁਹਾਨੂੰ ਇਦਾਂ ਨਹੀਂ ਕਦੇ ਲੱਗਿਆ ਕਿ ਮੈਂ ਕਿੱਥੇ ਬੈਠਾ ਆ, ਮੈਂ ਇਹ ਤਾਂ ਕਰਨਾ ਹੀ ਨਹੀਂ ਸੀ, ਜਾਂ ਮੈਂ ਇਹ ਕਰਨਾ ਸੀ, ਮਤਲਬ ਤੁਸੀਂ ਸੈਟੀਸਫਾਈ ਸੀ ਆਪਣੇ ਜੌਬ ਤੋਂ, ਤਾਂ ਕਦੇ ਦਿਮਾਗ 'ਚ ਆਇਆ ਕਿ ਨਹੀਂ, ਆ ਨਹੀਂ ਕਰਨਾ ਚਾਹੀਦਾ ਸੀ ਮੈਨੂੰ? ਨਹੀਂ, ਇੱਦਾਂ ਦੀ ਗੱਲ ਨਹੀਂ, ਸੈਟੀਸਫਾਈ ਤਾਂ ਸੀ, ਪਰ ਕਿਤੇ ਨਾ ਕਿਤੇ ਇਹ ਸੀ ਵੀ ਮੌਕਾ ਮਿਲਣਾ ਚਾਹੀਦਾ ਯਾਰ, ਕਰਨਾ ਚਾਹੀਦਾ ਮੈਨੂੰ। ਔਰ ਬੜੀ ਇੰਟਰਸਟਿੰਗ ਗੱਲ ਹੈ ਮੈਂ ਕਿੱਦਾਂ ਆਇਆ ਇੱਧਰ। ਮੇਰੀ ਵਾਈਫ ਤੇ ਘੁਟਨੇ 'ਚ ਪ੍ਰੋਬਲਮ ਸੀ, ਤੇ ਥੈਰੇਪੀ ਕਰਾਉਂਦਾ ਸੀ ਮੈਂ ਕਿਤੇ। ਅੱਛਾ। ਉੱਥੇ ਆਪਣੇ ਜਿਹੜੇ ਮੇਰੇ ਇਸ ਵੇਲੇ ਐਕਟਿੰਗ ਗੁਰੂ ਨੇ, ਸੰਤਾ ਬੰਦਾ ਜੀ, ਜਿਹਨੂੰ ਜੁਗਲੀ ਸ਼ੁਗਲੀ ਕਹਿੰਦੇ ਆ, ਤੇ ਉਹ ਵੀ ਉੱਥੇ ਆਉਂਦੇ ਸੀ ਜੀ। ਤੇ ਮੈਨੂੰ ਪੁਰਾਣਾ ਜਾਣਦਾ ਸੀ ਨਾ ਗੁਰਪ੍ਰੀਤ, ਜਿਹੜਾ ਸੰਤਾ ਜਿਹਨੂੰ ਕਹਿੰਦੇ ਆਪਾਂ, ਉਹਨੂੰ ਕਿਹਾ ਗੁਰਪ੍ਰੀਤ, ਮੈਂ ਕਿਹਾ ਯਾਰ ਮੈਨੂੰ ਵੀ ਸ਼ੌਂਕ ਹੈ। ਕਹਿੰਦਾ ਕੋਈ ਗੱਲ ਨਹੀਂ ਭਾਜੀ। ਦੇਖੋ ਹਫ਼ਤੇ ਕੁ ਬਾਅਦ ਉਹਨਾਂ ਦਾ ਫੋਨ ਆ ਗਿਆ ਕਿ ਭਾਜੀ ਆ ਜਾਓ। ਮੈਂ ਕਿਤੇ? ਕਹਿੰਦੇ ਉਹ ਤੁਸੀਂ ਕਿਹਾ ਸੀ ਨਾ ਵੀ ਐਕਟਿੰਗ ਕਰਨੀ ਹੈ, ਤੇ ਹੈ ਇੱਕ ਸੀਨ ਹੈਗਾ। ਮੈਂ ਅੰਦਰੋਂ ਥੋੜ੍ਹਾ ਜਿਹਾ ਘਬਰਾਇਆ ਬਈ ਯਾਰ ਇੱਕਦਮ ਕਿੱਦਾਂ ਕਰਾਂਗਾ। ਮੈਂ ਉਹਨੂੰ ਥੋੜ੍ਹਾ ਜਿਹਾ ਟਰਕਾਉਣ ਦੀ ਕੋਸ਼ਿਸ਼ ਕੀਤੀ,
ਵੀ ਮੇਰੇ ਐਕਚੁਅਲੀ ਹੈ ਵੀ ਸੀ ਉਸ ਦਿਨ ਮੇਰੇ ਘਰ ਦੇ ਸਾਹਮਣੇ ਘਰ ਉੱਥੇ ਮੈਰਿਜ ਸੀ। ਅੱਛਾ। ਤੇ ਮੈਂ ਕਿਹਾ ਯਾਰ ਮੈਰਿਜ ਹੈ ਤਾਂ ਮੈਂ ਨਹੀਂ ਆ ਸਕਦਾ। ਤੇ ਕਹਿੰਦਾ ਕੋਈ ਨਹੀਂ, ਵਧੀਆ ਕੱਪੜੇ ਪਾਏ ਉਹਨਾਂ ਨੇ, ਤੁਸੀਂ ਮੈਰਿਜ ਦੇ ਕੱਪੜੇ ਪਾਏ। ਮੈਂ ਕਿਹਾ ਹਾਂ ਆ ਜਾਓ। ਕਹਿੰਦਾ ਸੀਨ ਵੀ ਇਦਾਂ ਦਾ ਹੀ ਹੈ ਜਿੱਦਾਂ ਕਿ ਰੱਬ ਦੀ ਮਰਜ਼ੀ ਵੀ ਇਹ ਕੁਛ ਹੋਣਾ ਹੀ ਸੀ। ਜਾ ਕੇ ਸੀਨ ਕੀਤਾ, ਉਹਨਾਂ ਨੂੰ ਪਸੰਦ ਆ ਗਿਆ। ਜਿਹੜੇ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਨੇ ਅੱਜ ਦਾ, ਅਸ਼ਵਨੀ ਜੀ, ਉਹ ਵੀ ਉੱਥੇ ਸੀਗੇ। ਅੱਛਾ ਅੱਛਾ ਜੀ, ਵਾਹ ਵਾਹ ਵਾਹ। ਮੇਰੀ ਐਕਟਿੰਗ ਦੀ ਸ਼ੁਰੂਆਤ 'ਚ ਇਹਨਾਂ ਦਾ ਵੀ ਹੱਥ ਹੈਗਾ। ਇਹਨਾਂ ਨੇ ਤੁਹਾਨੂੰ ਕੈਮਰੇ 'ਚ ਕੈਦ ਕੀਤਾ ਹਾਂ ਬਿਲਕੁਲ ਬਿਲਕੁਲ। ਤੇ ਉਹ ਜਿਹੜਾ ਸਰ ਸੀਨ ਸੀ, ਜਿਹੜਾ ਤੁਸੀਂ ਪਹਿਲੀ ਵਾਰ ਤੁਸੀਂ ਪਰਦੇ ਤੇ ਆਏ ਸੀ, ਕੋਈ ਡਾਇਲੌਗ ਬੋਲਿਆ ਸੀ ਜਾਂ ਗਾਣੇ ਦੇ ਵਿੱਚ ਪਰਫਾਰਮ ਕੀਤਾ ਸੀ? ਨਹੀਂ, ਉਹ ਸਕਿੱਟ ਸੀ। ਸਕਿੱਟ ਸੀ। ਡਾਇਲੌਗ ਯਾਦ ਹੈ ਅੱਜ ਵੀ? ਕੋਈ ਕਾਮੇਡੀ ਸਕਿੱਟ ਸੀ ਤੇ ਉਹ ਇੱਦਾਂ ਮਤਲਬ ਉਹਦੀ ਸਟੋਰੀ ਇੱਦਾਂ ਦੀ ਸੀ, ਇੱਕ ਭਰਾ ਅਮੀਰ ਹੁੰਦਾ, ਇੱਕ ਗਰੀਬ ਹੁੰਦਾ। ਜਿਹੜਾ ਹੁੰਦਾ ਨਾ ਗਰੀਬ, ਉਹ ਤੇ ਕਹਿੰਦਾ ਵੀ ਜੋ ਕੁਛ ਮੇਰੇ ਭਰਾ ਨੂੰ ਮਿਲੇ ਮੈਨੂੰ ਡਬਲ ਮਿਲੇ। ਉਹ ਜਿਹੜੀ ਸਟੋਰੀ ਪੁਰਾਣੀ ਹੈਗੀ ਹੈ, ਉਹ ਮਤਲਬ ਜੋ ਕੁਛ ਵੀ ਹੁੰਦਾ ਨਾ ਉਹ ਇੱਦਾਂ ਹੁੰਦਾ ਜਾਂਦਾ। ਹਰ ਇੱਕ ਚੀਜ਼ ਜੋ ਉਹਦੇ ਭਰਾ ਨੂੰ ਮਿਲਦੀ ਉਹਨੂੰ ਡਬਲ ਮਿਲਦੀ। ਉਹਦੇ ਭਰਾ ਵੀ ਇੱਦਾਂ ਕਹਿੰਦਾ ਵੀ ਮੇਰੀ ਇੱਕ ਅੱਖ ਕੱਢ ਦਿਓ। ਕੁਛ ਏਦਾਂ ਦਾ ਸੀਗਾ। ਅੱਛਾ। ਤੇ ਤੁਹਾਡਾ ਕਿਰਦਾਰ ਵਿੱਚ ਕੀ ਸੀ? ਉਹ ਮੈਂ ਵੱਡਾ ਭਰਾ ਹੁੰਦਾ। ਓਕੇ, ਸਹੀ ਹੈ। ਅੱਛਾ, ਫਿਰ ਇਸ ਤੋਂ ਬਾਅਦ ਕੋਈ ਗੱਲ ਰਹਿ ਤਾਂ ਨਹੀਂ ਗਈ? ਮੈਂ ਵਿੱਚ ਟੋਕ ਦਿੱਤਾ? ਨਹੀਂ ਕੰਪਲੀਟ ਹੋ ਗਈ ਨਾ? ਹੋ ਗਈ ਠੀਕ ਹੈ, ਕਰਤੀ ਬਸ ਠੀਕ ਹੈ। ਮੈਨੂੰ ਤਾਂ ਪੌਜ਼ ਇੰਨਾ ਹੋ ਜਾਂਦਾ ਨਾ, ਮੇਰੇ ਦਿਮਾਗ 'ਚ ਇੱਕ ਵਾਰੀ ਆ ਜਾਂਦਾ ਕਿ ਗੱਲ ਪੂਰੀ ਹੋ ਗਈ ਹੈ ਨਾ। ਬੈਂਕ ਦੇ ਤੁਹਾਡੇ ਬਹੁਤ ਸਾਰੇ ਐਕਸਪੀਰੀਅੰਸ ਰਹੇ ਨੇ, ਤੇ ਕਦੇ ਕੋਈ ਕਸਟਮਰ ਇਦਾਂ ਦਾ ਤੁਹਾਡੇ ਕੋਲ ਆਇਆ ਕਿ ਉਹਨੂੰ ਦੇਖ ਕੇ ਜਾਂ ਉਹਨੇ ਤੁਹਾਨੂੰ ਦੇਖਿਆ ਹੋਵੇ ਤੇ ਕੁਝ ਇਦਾਂ ਦਾ ਲੱਗਿਆ ਹੋਵੇ ਕਿ ਨਹੀਂ ਇਹ ਬੰਦਾ ਇਦਾਂ ਦਾ ਨਹੀਂ, ਮਤਲਬ ਚੰਗੀ ਸਰਵਿਸ ਨਹੀਂ ਦੇ ਰਿਹਾ, ਚੰਗਾ ਕੰਮ ਨਹੀਂ ਕਰ ਰਿਹਾ, ਇਦਾਂ ਦਾ ਕਦੇ ਕੁਝ ਹੋਇਆ? ਹਾਂ, ਯਾਦ ਆ ਮੈਨੂੰ। ਇੱਕ ਵਾਰੀ ਇੱਦਾਂ ਹੋਇਆ ਕਿ ਮੈਂ ਬੈਠਾ ਆਰਾਮ ਨਾਲ ਆਪਣੇ ਕੰਮ ਕਰਦਾ ਰਿਹਾ ਸੀ, ਇੱਕ ਲੇਡੀ ਕਸਟਮਰ ਆਈ ਹੈ। ਮੈਨੂੰ ਕਹਿੰਦੀ ਸਰ। ਮੈਂ ਕਿਹਾ ਹਾਂਜੀ। ਤੁਸੀਂ ਬੜੇ ਗੁੱਸੇ ਵਾਲੇ ਹੋ। ਅੱਛਾ, ਸਿੱਧਾ ਹੀ ਐਂ ਕਹਾ? ਸਿੱਧਾ ਹੀ ਕਹਤਾ ਮੇਰੇ ਮੂੰਹ ਤੇ। ਮੈਂ ਕਿਹਾ ਇਹ ਕੀ ਬੋਲੀ ਜਾਂਦੇ? ਹਾਂ ਭੈਣ ਜੀ ਬੈਠੋ। ਬਿਠਾਇਆ, ਗੱਲਾਂ ਬਾਤਾਂ ਕੀਤੀਆਂ, ਚਾਹ ਪਿਲਾਈ, ਪਾਣੀ ਪਿਲਾਇਆ। ਫਿਰ ਜਾਂਦਿਆਂ ਕਹਿੰਦੀ ਮੈਂ ਗਲਤ ਸੀ। ਕਹਿਣ ਦਾ ਮਤਲਬ ਹੈ ਕਿਸੇ ਦੀ ਸ਼ਕਲ ਦੇਖ ਕੇ ਆਪਾਂ ਕਦੇ ਉਹਦੇ ਸੁਭਾਅ ਤੇ ਨਹੀਂ ਅੰਦਾਜ਼ਾ ਨਹੀਂ ਲਗਾ ਸਕਦੇ। ਇਸ ਕਰਕੇ ਪਹਿਲੇ ਬੰਦੇ ਨੂੰ ਦੇਖੋ, ਪਰਖੋ, ਉਸ ਤੋਂ ਬਾਅਦ ਪਤਾ ਲੱਗਦਾ ਵੀ ਕਿੱਦਾਂ ਦਾ ਬੰਦਾ। ਬਿਲਕੁਲ। ਤੇ ਤੁਸੀਂ ਵੀ ਇਦਾਂ ਹੀ ਕੀਤਾ ਹਮੇਸ਼ਾ ਲਾਈਫ ਦੇ ਵਿੱਚ, ਜਾਂ ਤੁਸੀਂ ਵੀ ਕਦੇ ਕਿਸੇ ਨੂੰ ਦੇਖ ਕੇ ਦਾ ਜੱਜ ਕੀਤਾ ਪਹਿਲੇ ਟਾਈਮ ਕਿ ਇਹ ਬੰਦਾ ਇਦਾਂ ਦਾ ਹੋ ਸਕਦਾ? ਕਿਉਂਕਿ ਸਾਡੀ ਲਾਈਨ ਜਿਹੜੀ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕ ਮਿਲਦੇ ਰਹਿੰਦੇ ਹੋਣਗੇ, ਬੈਂਕ ਦੇ ਵਿੱਚ ਵੀ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਰਹੇ ਨੇ, ਤੇ ਕਦੇ ਲੱਗਿਆ ਤੁਹਾਨੂੰ ਕਿ ਨਹੀਂ ਆ ਬੰਦਾ ਇਦਾਂ ਨਹੀਂ ਆ, ਇਦਾਂ ਆ ਕੁਛ? ਨਹੀਂ, ਹੋ ਜਾਂਦੀਆਂ ਗਲਤੀਆਂ ਸਾਡੇ ਕੋਲ ਵੀ ਹੋ ਜਾਂਦੀਆਂ, ਕਿਉਂਕਿ ਇਨਸਾਨ ਆ। ਗਲਤੀਆਂ ਤੇ ਕਹਿੰਦੇ ਨੇ ਵੀ ਰੱਬ ਵੀ ਕਰ ਜਾਂਦਾ। ਇਸ ਕਰਕੇ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ, ਕਈ ਵਾਰੀ ਮਿਸਜੱਜ ਹੋ ਜਾਂਦਾ। ਅਸੀਂ ਬੰਦੇ ਨੂੰ ਬਹੁਤ ਵਧੀਆ ਸਮਝਦੇ ਹਾਂ ਪਰ ਨਿਕਲਦਾ ਕੁਛ ਹੋਰ ਹੈ। ਬਿਲਕੁਲ ਬਿਲਕੁਲ। ਤੇ ਆਪਾਂ ਹੁਣ ਗੱਲ ਕਰੀਏ ਐਕਟਿੰਗ ਲਾਈਨ ਦੀ। ਤੁਸੀਂ ਹੁਣ ਜਿਹੜੀ ਪਹਿਲੀ ਸਕਿੱਟ ਸੰਤਾ ਬੰਤਾ ਜੀ ਨੇ ਕੀਤੀ, ਫਿਰ ਉਸ ਤੋਂ ਬਾਅਦ ਦਾ ਸਫ਼ਰ ਕਿਵੇਂ ਅੱਗੇ ਤੋਰਿਆ? ਉਸ ਤੋਂ ਬਾਅਦ ਉਹਨਾਂ ਦੇ ਪ੍ਰੋਗਰਾਮ ਹੁੰਦੇ ਸੀ, ਸ਼ੁਰਲੀਆਂ, ਹਾਹਾ ਹੀ ਕੁਛ ਇੱਦਾਂ ਦੇ ਪ੍ਰੋਗਰਾਮ, ਹੋਰ ਕਮੇਡੀ। ਅਤੇ ਉਸ ਤੋਂ ਬਾਅਦ ਇੱਕ ਇੱਥੇ ਆਪਣੇ ਜਲੰਧਰ 'ਚ ਹੈਗੇ ਨੇ, ਸ਼ਾਰਟ ਫਿਲਮਾਂ ਬਣਾਉਂਦੇ ਨੇ ਉਹ। ਅਤੇ ਮੇਰੇ ਇੱਕ ਆਰਟਿਸਟ ਨੇ ਮੇਰੇ ਨਾਲ, ਉਹ ਲੈ ਕੇ ਗਏ ਮੈਨੂੰ ਉੱਥੇ। ਅਤੇ ਉਹਨਾਂ ਨੇ ਦੇਖ ਕੇ ਕਿਹਾ ਵੀ ਇੱਦਾਂ ਇੱਕ ਕਰੈਕਟਰ ਹੈ, ਕਰੋਗੇ? ਮੈਂ ਕਰ ਲਾਂਗੇ। ਕਹਿੰਦੇ ਇੱਕ ਸੀਨ ਹੈ ਬਸ। ਮੈਂ ਕੋਈ ਨਹੀਂ ਕਰਾਂਗੇ। ਅਤੇ ਉਸ ਤੋਂ ਬਾਅਦ ਚੱਲ ਪਿਆ, ਸ਼ਾਰਟ ਫਿਲਮਾਂ ਕੀਤੀਆਂ। ਫਿਰ ਸੌਂਗ ਸੀਗਾ ਸਿੰਗਰ ਸੁਰਜੀਤ ਭੁੱਲਰ। ਅੱਛਾ ਜੀ। ਉਹਨਾਂ ਦਾ ਸੌਂਗ ਸੀ। ਉਹਨਾਂ 'ਚ ਇੱਕ, ਉਹ 'ਚ ਮੇਰੀ ਦਾੜੀ ਨਹੀਂ ਹੈਗੀ, ਸਿਰਫ ਮੁੱਛਾਂ ਨੇ, ਦੇਖੋਗੇ ਵੀ, ਮਿੱਤਰਾਂ ਦਾ ਰੰਗ। ਅੱਛਾ ਜੀ। ਬਹੁਤ ਫੇਮਸ ਸੌਂਗ। ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ। ਹਾਂ। ਅੱਛਾ ਜੀ। ਉਹਦੇ 'ਚ ਸੀ ਮੈਂ ਦੀ ਨਾਲ ਆਪਣੇ ਆਰਟਿਸਟ ਨੇ ਬਰਨਾਲਾ ਜੀ, ਉਹ ਅਸੀਂ ਕੀਤਾ। ਉਹ ਤੁਹਾਨੂੰ ਗਾਣਾ ਕਿਵੇਂ ਮਿਲਿਆ, ਉਹ ਵਾਲਾ ਸੁਰਜੀਤ ਭੁੱਲਰ ਜੀ ਵਾਲਾ?
ਉਹ ਵੀ ਇਹ ਸੰਤਾ ਬੰਦਾ ਜੀ ਦਾ ਬਦੌਲਤ। ਅੱਛਾ ਜੀ। ਅੱਛਾ ਹਾਂ, ਇਹਨਾਂ ਨੂੰ ਮਤਲਬ ਕਿਸੇ ਨੇ ਕਿਹਾ ਹੋਣਾ ਵੀ ਇੱਦਾਂ ਦਾ ਸਰਪੰਚ ਚਾਹੀਦਾ, ਇਹਨਾਂ ਨੂੰ ਮੈਨੂੰ ਭੇਜਿਆ। ਅੱਛਾ, ਸਰਪੰਚ ਬਣੇ ਸੀ। ਹਾਂ ਕਿਆ ਬਾਤ, ਕਿਆ ਬਾਤ। ਮਤਲਬ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਹੁਣ ਰੋਲ ਜਿਹੜੇ ਆ ਨਿਭਾ ਲਏ ਹੋਣਗੇ। ਪਹਿਲਾਂ ਤਾਂ ਇੱਕ ਬੈਂਕ ਆਫਿਸਰ ਦਾ ਤਾਂ ਚਲੋ ਤੁਸੀਂ ਵੈਸੇ ਸਿੱਧਾ ਹੀ ਜੌਬ ਹੀ ਮਿਲ ਗਈ ਨਾ, ਉਹ ਇੰਨੇ ਸਾਲ ਤੁਸੀਂ ਉਹ ਜੌਬ ਕੀਤੀ ਹੈ, ਉਹ ਇੱਕ ਕਿਰਦਾਰ ਨਿਭਾਇਆ ਹੈ ਨਾ। ਤੇ ਉਸ ਤੋਂ ਬਾਅਦ ਕਦੇ ਤੁਹਾਨੂੰ ਫਿਲਮਾਂ ਦੇ ਵਿੱਚ ਬੈਂਕ ਆਫਿਸਰ ਦਾ ਮੂੰਹ ਦਾ ਤੁਸੀਂ ਸਵਾਲ ਖਿੱਚ ਲਿਆ। ਬਸ ਇਦਾਂ ਹੀ ਹੁੰਦਾ ਨਾ, ਫਿਰ ਦੋਨੋਂ ਦੇਖ ਲਓ, ਮੈਂ ਸੱਚੀ ਇਹੀ ਪੁੱਛਣਾ ਅੰਡਰਸਟੈਂਡਿੰਗ ਹੋਣੀ ਤਾਂ ਚਾਹੀਦੀ ਆ ਥੋੜੀ ਜਿਹੀ। ਸੋ ਕਦੇ ਬੈਂਕ ਆਫਿਸਰ ਦਾ ਕਰੈਕਟਰ ਮਿਲਿਆ ਹੋਵੇ ਦੁਬਾਰਾ ਤੋਂ ਫਿਲਮਾਂ ਦੇ ਵਿੱਚ ਨਿਭਾਉਣ ਦਾ? ਨਹੀਂ, ਅਜੇ ਤੱਕ ਨਹੀਂ ਮਿਲਿਆ, ਹਾਂ। ਔਰ ਪਰ ਮੈਂ ਕਰਨਾ ਚਾਹਾਂਗਾ। ਹਾਂ, ਬੈਂਕ ਕਸਟਮਰ ਦਾ ਕੀਤਾ ਮੈਂ। ਅੱਛਾ ਉਹ ਫਿਲਮ ਹੈ ਡਾਕਾ। ਅੱਛਾ ਅੱਛਾ ਜੀ। ਹਾਂ, ਗਿੱਪੀ ਗਰੇਵਾਲ ਦੀ ਫਿਲਮ। ਉਹ 'ਚ ਮੈਂ ਕਸਟਮਰ ਹਾਂ ਇੱਕ। ਬੈਂਕ ਦੇ ਅੰਦਰ ਜਾਂਦੇ ਆ, ਅੰਦਰ ਨਹੀਂ ਬਾਹਰੋਂ ਹੀ ਮੁੜ ਜਾਂਦਾ, ਅੰਦਰ ਡਾਕਾ ਪਿਆ ਹੁੰਦਾ। ਤੁਸੀਂ ਜਦੋਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਉਹ 'ਚ ਮੈਂ ਕਸਟਮਰ ਦਾ ਕੀਤਾ। ਅੱਛਾ, ਹਾਂ। ਫਿਰ ਕਿੱਦਾਂ ਦਾ ਲੱਗਿਆ? ਕਸਟਮਰ ਦੇ ਦੁੱਖ ਦਾ ਅੰਦਾਜ਼ਾ ਹੋਇਆ? ਬਾਹਰੋਂ ਮੋੜ ਤਾਂ ਉਹ ਬਸ ਉਹ ਅੰਦਰ ਡਾਕਾ ਪੈਂਦਾ ਹੁੰਦਾ ਤੇ ਬਾਹਰੋਂ ਫਿਰ ਆ ਕੇ ਕਹਿੰਦਾ ਯਾਰ ਫਿਰ ਲੈ ਲਾਂਗੇ, ਅੱਜ ਨਹੀਂ ਲੈਂਦੇ ਪੇਮੈਂਟ, ਫਿਰ ਲੈ ਲਾਂਗੇ। ਪੇਮੈਂਟ ਲੈਣਾ ਹੁੰਦਾ ਮੈਂ। ਅੱਛਾ ਬਾਕੀ ਕਸਟਮਰ ਤੋਂ ਇਲਾਵਾ ਮੈਂ ਕਰੈਕਟਰ ਕਰਨਾ ਚਾਹਾਂਗਾ ਬੈਂਕ ਆਫਿਸਰ ਦਾ, ਬੈਂਕ ਕੈਸ਼ੀਅਰ ਦਾ, ਜੋ ਵੀ ਹੋਏਗਾ। ਕੋਈ ਏਦਾਂ ਦਾ ਕਿਰਦਾਰ ਜਿਹੜਾ ਤੁਹਾਡੇ ਸਭ ਤੋਂ ਜ਼ਿਆਦਾ ਦਿਲ ਦੇ ਕਰੀਬ ਹੋਵੇ? ਸਾਇਲੈਂਟ? ਹਾਂ, ਮਤਲਬ ਕਾਫੀ ਨੇ, ਕੁਛ ਆਣੇ ਨੇ। ਅੱਛਾ ਜੀ। ਤੇ ਕੁਛ ਮੈਂ ਕਰ ਚੁੱਕਾ। ਇੱਕ ਆਪਣੇ ਮਲਕੀਤ ਭਾਜੀ ਦਾ ਸੌਂਗ ਹੈ ਸਾਡੇ ਵਾਲਾ ਟਾਈਮ। ਅੱਛਾ, ਉਹਦੇ ਵਿੱਚ ਬਹੁਤ ਵਧੀਆ ਕਰੈਕਟਰ ਹੈ। ਉਹ ਸੌਂਗ ਕਰਦੇ ਆ, ਮਤਲਬ ਮਲਕੀਤ ਭਾਜੀ ਨੇ ਮੈਨੂੰ ਐਪਰੀਸ਼ੀਏਟ ਕੀਤਾ ਸੀ। ਸੀਨ ਕਰਨ ਤੋਂ ਬਾਅਦ ਕਹਿੰਦੇ ਯਾਰ ਤੂੰ ਤਾਂ ਮੈਨੂੰ ਰਵਾਤਾ। ਅੱਛਾ। ਕਿਉਂਕਿ ਮੈਂ ਐਕਚੁਅਲੀ ਅੱਜ ਤੱਕ ਵੀ ਕਦੀ ਗਲਿਸਰੀਨ ਯੂਜ਼ ਨਹੀਂ ਕੀਤੀ। ਇਮੋਸ਼ਨਲ ਸੀਨ ਹੋਣ ਕਦੀ ਨਹੀਂ ਕੀਤੀ। ਉਹ ਮੈਂ ਅੱਜ ਤੋਂ 2-3 ਦਿਨ ਪਹਿਲੇ ਵੀ ਕਰ ਗਿਆ ਇੱਕ ਸੀਨ ਇੱਦਾਂ ਦਾ ਕਿ ਬੇਟੀ ਦੀ ਡੋਲੀ ਤੋਰਦੇ ਆ। ਮੇਰੇ ਨਾਲ ਕੋ ਆਰਟਿਸਟ ਨੇ ਉਹ ਗਲਿਸਰੀਨ ਪਾਪਾ ਅੱਖਾਂ ਸੁਝਾ ਲਈਆਂ ਉਹਨੇ, ਪਰ ਆਪਾਂ ਗਲਿਸਰੀਨ ਯੂਜ਼ ਨਹੀਂ ਕੀਤੀ। ਰੋਏ ਤੇ ਉਦਾਂ ਹੀ ਰੋਏ ਆ। ਅੱਛਾ, ਮਤਲਬ ਕਿਸ ਤਰ੍ਹਾਂ ਕਰਦੇ ਹੋ ਇਹਦਾ? ਮਤਲਬ ਹੰਝੂ ਨਿਕਲਣੇ ਬੜੀ ਔਖੀ ਚੀਜ਼ ਹੈ ਇੱਕ, ਪਰ ਕਿਸ ਤਰ੍ਹਾਂ ਤੁਸੀਂ ਮਤਲਬ ਉਸ ਵੇਲੇ ਕਿਉਂਕਿ ਜਦੋਂ ਵੀ ਅਸੀਂ ਐਕਟਿੰਗ ਕਰਦੇ ਹਾਂ, ਕਿਉਂਕਿ ਮੈਂ ਖੁਦ ਵੀ ਉਸ ਫੀਲਡ 'ਚ ਹਾਂ, ਤੇ ਜਦੋਂ ਵੀ ਅਸੀਂ ਐਕਟਿੰਗ ਕਰਦੇ ਹਾਂ ਨਾ, ਤੇ ਅਸੀਂ ਕੋਈ ਨਾ ਕੋਈ ਇਦਾਂ ਦੀ ਸਿਚੁਏਸ਼ਨ ਆਪਣੇ ਮਾਈਂਡ 'ਚ ਲੈ ਕੇ ਆਉਂਦੇ ਹਾਂ ਕਿ ਜਿਹਦੇ ਨਾਲ ਸਾਨੂੰ ਦੁੱਖ ਪਹੁੰਚਿਆ ਹੋਵੇ, ਸਾਨੂੰ ਉਹਦੇ ਨਾਲ ਕੋਈ ਯਾਦ ਇਦਾਂ ਦੀ ਜੁੜੀ ਹੋਵੇ ਜਿਹਦੇ ਨਾਲ ਅਸੀਂ ਇਮੋਸ਼ਨਲ ਹੋ ਜਾਈਏ ਤੇ ਸਾਡੇ ਅਥਰੂ ਨਿਕਲ। ਸਾਡੇ ਮਨ 'ਚ ਵੀ ਇਦਾਂ ਦੀ ਕੋਈ ਸਿਚੁਏਸ਼ਨ ਹੈ? ਇੱਦਾਂ ਹੁੰਦਾ ਨਾ ਕਿ ਐਕਟਿੰਗ ਦੀ ਇੱਕ ਡੈਫੀਨੇਸ਼ਨ ਹੈ, ਮੈਨੂੰ ਕਿਸੇ ਨੇ ਦੱਸਿਆ ਸੀ ਜਾਂ ਪੜ੍ਹਿਆ ਸੀ ਮੈਂ ਕਿਤੇ। ਐਕਟਿੰਗ ਇਜ਼ ਦੈਟ ਵੈਨ ਵੀ ਡੋਂਟ ਐਕਟ। ਜਦੋਂ ਅਸੀਂ ਐਕਟਿੰਗ ਨਹੀਂ ਕਰਦੇ, ਉਹ ਐਕਟਿੰਗ ਹੈ। ਮਤਲਬ ਕਹਿੰਦਾ ਵੀ ਉਹ ਫੀਲ ਲਿਆ ਨਹੀਂ ਜੀ, ਸਮਝਣਾ ਵੀ ਮੈਂ ਆਪਣੀ ਬੇਟੀ ਹੀ ਤੋਰ ਰਿਹਾ। ਦੇਖੋ ਸਭ ਕੁਝ ਹੋਏਗਾ ਜੀ। ਸੋ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ। ਹੁਣ ਤੁਹਾਡੇ ਕੈਰੀਅਰ ਦੇ ਬਾਰੇ ਗੱਲਾਂ ਕਰਾਂਗੇ ਕਿ ਕਿਹੜੀਆਂ ਫਿਲਮਾਂ ਦੇ ਵਿੱਚ ਕਿਹੜੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਪਰ ਇੱਥੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਨੇ ਆ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ। ਤੇ ਸਾਡੇ ਅੱਜ ਦੇ ਮਹਿਮਾਨ ਨੇ ਅਸ਼ੋਕ ਸਲਾਰੀਆ ਜੀ। ਸਰ ਜੀ ਠੀਕ ਠਾਕ ਹੋ? ਹਾਂ। ਟਨਾਟਨ ਕੀ ਕਹਿੰਦੇ ਨੇ, ਉਹੀ ਕਹਿੰਦੇ ਨਾ। ਹਾਂ, 9/9 ਟਨਾਟਨ। ਬਸ ਥੋੜੀ ਚੁੱਕ ਪਈ ਹੈ। ਨਹੀਂ ਸਰ, ਚੁੱਕ ਸੱਚੀ ਪਈ ਆ? ਹੁਣ ਕੀ ਦੱਸੀਏ, ਜਿਮ ਜਾਵਾਂਗੇ ਤੇ ਚੁੱਕ ਵੀ ਪਏਗੀ। ਜਿਮ ਮਤਲਬ ਮੈਂ ਇੰਨੇ ਟਾਈਮ ਤੋਂ ਤੁਹਾਨੂੰ ਜਾਣਦੀ ਆ, ਪਰ ਜਿਮ ਦਾ ਜ਼ਿਕਰ ਕਦੇ ਹੋਇਆ ਨਹੀਂ। ਮੈਂ ਸਾਰੇ ਕੰਮ ਲੇਟ ਹੀ ਕੀਤੇ। ਵਿਆਹ ਤਾਂ ਸਮੇਂ ਸਿਰ ਕਰਵਾ ਲਿਆ ਸੀ ਨਾ। ਵਿਆਹ ਟਾਈਮ ਸਿਰ। ਬਾਕੀ ਉਹ ਮਤਲਬ ਐਕਟਿੰਗ ਲਾਈਨ ਲੇਟ ਆ ਤੇ ਹੁਣ ਜਿਮ ਵੀ ਹੋਣੇ ਸ਼ੁਰੂ ਕੀਤਾ।
ਅੱਛਾ ਮਹੀਨਾ ਕ ਤਾਂ ਹੋ ਗਿਆ ਹੋਣਾ। ਮਤਲਬ ਮੈਨੂੰ ਫਿਰ ਥੋੜੀ ਜਿਹੀ ਹੁਣ ਬਸ ਮਹੀਨਾ ਕੀ ਹੋਇਆ। ਸਿੱਖੋ ਕੁਝ, ਸਿੱਖਣਾ ਪੈਣਾ, ਮੈਨੂੰ ਸ਼ਰਮ ਵੀ ਕਰਨੀ ਚਾਹੀਦੀ ਸ਼ਾਇਦ, ਹਨਾ ਸਰ? ਥੋੜਾ ਜਿਹਾ ਨਾ ਮਤਲਬ ਹਾਂ ਐਂ ਲੱਗਦਾ ਟਰੱਕ ਨੂੰ ਟਿਊਬ ਬੰਨੀ। ਵੈਸੇ ਨਾ ਸ਼ਰਮ ਜਿਹੜੀ ਹੈ ਨਾ ਸਿਰਫ ਇੱਕ ਉਹੀ ਜਿਹੜੇ ਸਾਡੇ 40-45 ਮਿੰਟ ਹੁੰਦੇ ਆ ਉਦੋਂ ਤੱਕ ਹੀ ਰਹਿੰਦੀ ਹੈ, ਉਹ ਤੋਂ ਬਾਅਦ ਤੁਹਾਡੀ ਸ਼ਰਮ ਵੀ ਚੱਕੀ ਜਾਂਦੀ ਹੈ। ਦੇਖੋ ਉਹ ਮਜ਼ਾਕ ਰਿਹਾ, ਇਦਾਂ ਨਹੀਂ ਕਰੀਦਾ ਹੁੰਦਾ, ਠੀਕ ਹੈ? ਇਦਾਂ ਕਿਉਂ ਨਹੀਂ ਕਰੀਦਾ ਹੁੰਦਾ? ਹਾਂ ਸਰ, ਜਿਮ ਦਾ ਦੱਸੋ ਕਿਵੇਂ ਆ ਮਤਲਬ? ਜਿਮ ਦਾ ਵੈਸੇ ਹੀ ਸੋਚਣ ਨੂੰ ਕੁਝ ਵੀ ਸੋਚੀ, ਇਹ ਵੀ ਸੋਚ ਲਿਆ ਯਾਰ ਹੁਣ ਕੁਝ ਆਪਣੀ ਸਿਹਤ ਬਾਰੇ ਦੇਖੀਏ। ਕਹਿੰਦੇ ਨੇ ਵੀ ਫਿਟਨੈਸ ਜ਼ਰੂਰੀ ਹੁੰਦੀ ਹੈ ਸਾਡੀ ਲਾਈਨ 'ਚ। ਬਿਲਕੁਲ। ਹੁਣ ਅਸੀਂ ਕਰੈਕਟਰ ਰੋਲ ਹੀ ਕਰਨਾ ਨੇ, ਮਤਲਬ ਉਹਦੇ 'ਚ ਕਿਹੜਾ ਜੰਪ ਲਾਣੇ, ਪਰ ਫਿਰ ਵੀ ਫਿਟ ਹੋਣਾ ਤਾਂ ਜ਼ਰੂਰੀ ਹੈ। ਇਹ ਗੱਲ ਤਾਂ ਚੰਗੀ ਇਹ ਸੋਚ ਕੇ ਹਲਕਾ ਫੁਲਕਾ ਜਿਮ ਕਰ ਲਈਦਾ, ਪਰ ਉਹ ਕਿਸੇ ਦਿਨ ਜ਼ੋਰ ਜ਼ਿਆਦਾ ਲੱਗ ਗਿਆ ਤੇ ਸੱਚੀ ਚੁੱਕ ਪੈ ਗਈ ਮਤਲਬ? ਸੱਚੀ ਚੁੱਕ ਪੈ ਗਈ। ਇਹ ਗੱਲ ਸੱਚੀ ਆ? ਸੱਚੀ ਹੈ। ਤੁਸੀਂ ਮਜ਼ਾਕ ਸਮਝਿਆ ਸੀ? ਹਾਂ ਮੈਂ ਸੱਚੀ ਮਜ਼ਾਕ ਕੀਤਾ ਵੀ ਸੀ। ਮਜ਼ਾਕ ਤੇ ਅਸੀਂ ਕਰ ਗਏ ਸੀ ਪਹਿਲਾਂ ਹੀ ਸਟਾਰਟਿੰਗ 'ਚ ਹੀ। ਉਹ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ। ਚਲੋ ਇਹ ਤਾਂ ਸਾਡੀ ਨਹੀਂ, ਮੈਨੂੰ ਲੱਗਾ ਸ਼ਾਇਦ ਵੈਸੇ ਹੀ ਕਰਦੇ, ਕਿ ਕਹਿੰਦੇ ਕਿ ਮੰਡ ਚੁੱਕ ਜੀ ਪਈ ਆ, ਮੈਂ ਕਿਹਾ ਖਰੇ ਮਜ਼ਾਕ ਕਰਦੇ ਪਏ ਆ, ਪਰ ਇਹ ਗੱਲ ਸੱਚੀ ਆ। ਸੱਚੀ ਹੈ। ਕੋਈ ਨਹੀਂ, ਠੀਕ, ਅਗਲੀ ਫਿਰ ਮਿਲਾਂਗੇ ਤਾਂ ਠੀਕ ਮਿਲਾਂਗੇ ਤੁਹਾਨੂੰ। ਬਹੁਤ ਵਧੀਆ ਗੱਲ ਹੈ, ਇੱਦਾਂ ਤੁਸੀਂ ਜਿਮ ਲਾਈ ਚਲੋ ਔਰ ਚੁੱਕ ਜਿਹੜੀ ਆ ਉਹ ਜਲਦੀ ਤੋਂ ਠੀਕ ਕਰੋ ਆਪਣੀ। ਤੇ ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੀ ਮੈਰਿਡ ਲਾਈਫ ਦੇ ਬਾਰੇ, ਤੁਹਾਡੇ ਪਰਿਵਾਰ ਦੇ ਬਾਰੇ। ਪਰਿਵਾਰ 'ਚ ਕੌਣ ਕੌਣ ਹੈ? ਨਹੀਂ ਭੁੱਲ ਗਈ ਸੀ ਪਹਿਲੇ ਪੁੱਛਣਾ। ਭੁੱਲ ਨਹੀਂ ਗਈ ਸੀ ਮੈਂ, ਬਸ ਗੱਲਾਂ ਹੀ ਕੁਝ ਏਦਾਂ ਦੀਆਂ ਉਲਝ ਗਈਆਂ, ਗੱਲਾਂ 'ਚੋਂ ਗੱਲਾਂ ਕੁਝ ਨਿਕਲ ਆਈਆਂ ਤੇ ਉਹ ਸਕਿਪ ਹੋ ਗਿਆ। ਫਿਰ ਕਿਹੜੀ ਗੱਲ ਹੈ, ਅਸੀਂ ਚਲੋ ਸਾਡਾ ਕਿਹੜਾ ਪ੍ਰੋਗਰਾਮ ਖਤਮ ਹੋ ਗਿਆ, ਆਪਾਂ ਪੁੱਛ ਹੀ ਲਿਆ। ਮੈਰਿਜ ਲਾਈਫ ਮੈਂ 87 ਚ ਮੇਰੀ ਮੈਰਿਜ ਹੋਈ ਹੈ। ਮੇਰੀ ਵਾਈਫ ਹੈਲਥ ਡਿਪਾਰਟਮੈਂਟ 'ਚ ਜੋਬ ਕਰਦੀ ਸੀ। ਅੱਛਾ ਜੀ। ਅੱਛਾ ਜੀ। ਔਰ ਇਸ ਵੇਲੇ ਉਹ ਵੀ ਰਿਟਾਇਰ ਨੇ, ਮੈਂ ਰਿਟਾਇਰ ਹਾਂ, ਦੋਨੋਂ ਇੰਜੋਏ ਕਰ ਰਹੇ ਹਾਂ ਰਿਟਾਇਰਿੰਗ ਲਾਈਫ। ਕੀ ਬਾਤ ਹੈ। ਉਹ ਘਰ 'ਚ ਹਾਊਸ ਵਾਈਫ ਤੇ ਆਪਾਂ ਐਕਟਿੰਗ ਲਾਈਨ 'ਚ ਇੱਧਰ ਇਸ ਫੀਲਡ 'ਚ। ਤੇ ਬੱਚੇ ਮੇਰੇ 2 ਨੇ, ਬੇਟੀ ਬੇਟਾ, ਦੋਨੋਂ ਮੈਰਿਡ ਨੇ ਜੀ। ਉਸ ਤੋਂ ਬਾਅਦ ਅੱਗੇ ਛੋਟੇ ਬੱਚੇ ਵੀ ਨੇ। ਅੱਛਾ। ਹੁਣ ਨਾ ਹੀ ਸਾਨੂੰ ਕਿਉਂ ਕਿ ਮੇਰੀ ਉਮਰ ਨਾ ਪੁੱਛੋ। ਹਾਂ ਅੰਦਾਜ਼ੇ ਲਾਓ, ਦੱਸਣਾ ਤਾਂ ਨਹੀਂ ਹੈਗਾ। ਚਲੋ ਕੋਈ ਨਾ, ਪ੍ਰੋਗਰਾਮ ਖਤਮ ਹੁੰਦੇ ਹੁੰਦੇ ਪਤਾ ਲੱਗ ਜਾਣਾ। ਵੈਸੇ ਕਿੱਦਾਂ ਪਤਾ ਲੱਗ ਜਾਂਦਾ? ਸਾਨੂੰ ਲੱਗ ਜਾਣਾ ਪਤਾ ਵੈਸੇ। 83 ਦੇ ਵਿੱਚ ਕਾਲਜ ਪਾਸ ਆਊਟ ਕੀਤਾ ਸੀ, ਹੈ ਨਾ? ਹਾਂ ਕਰੋ ਕਰਾਂਗੇ ਥੋੜਾ ਆਪਾਂ ਗੱਲਾਂ ਬਾਤਾਂ ਇਹਨਾਂ ਨੇ ਕਰਾਂਗੇ। ਕਿਹਾ ਆ ਕਿ 50 ਸਾਲ ਦੀ ਉਮਰ 'ਚ ਮੈਂ ਐਕਟਿੰਗ ਦੇ ਫੀਲਡ ਵਿੱਚ ਆਇਆ। ਮਤਲਬ ਹੁਣ ਕਹਿ ਲਈਏ ਸੀ ਕਿ ਤੁਹਾਨੂੰ 7-8 ਸਾਲ ਤਾਂ ਹੋ ਗਏ। ਨਹੀਂ ਜ਼ਿਆਦਾ ਹੋਏ ਮੈਨੂੰ ਲੱਗਦਾ। 10 ਕੁ ਸਾਲ? ਬਹੁਤ ਟਾਈਮ ਤੋਂ ਦੇਖ ਰਹੇ ਇਹਨਾਂ ਨੂੰ ਟੀਵੀ ਤੇ। 10 ਕੁ ਸਾਲ? 10 ਸਾਲ। ਉਹ ਤੇ ਰਿਪੀਟ ਦੇਖ ਰਿਹਾ ਤੂੰ ਯਾਰ। ਨਹੀਂ ਹਰ ਵਾਰੀ ਨਵੇਂ ਗਾਣੇ ਦੇਖਿਆ। ਦਵਿੰਦਰ ਜੀ 60 ਕੁ 60 ਕੁ ਸਾਲ, ਦੀ 60 ਉਮਰ 61 ਸਾਲ ਦੀ ਕਹਿ ਉਮਰ ਸਕਦੇ ਆ, ਹੈ ਨਾ? ਇੰਨੀ ਕੁ ਤਾਂ ਹੈ ਨਾ ਯਾਰ? ਦੱਸ ਦਿਓ। ਝੂਠ ਨਾ ਬੋਲੋ। ਚਲੋ ਅਸੀਂ ਝੂਠ ਨਹੀਂ ਬੋਲਦੇ, ਤੁਸੀਂ ਸੱਚ ਦੱਸ ਦਿਓ। ਕੈਮਰਾ ਆਫ ਕਰੋ ਫਿਰ ਦੱਸਾਂਗੇ। ਨਹੀਂ ਅੱਛਾ, ਮੈਂ ਤਾਂ ਇਹ ਸੁਣਿਆ ਸੀਗਾ ਕਿ ਵੀ ਕੁੜੀਆਂ ਆਪਣੀਆਂ ਮਤਲਬ ਉਮਰ ਨੂੰ ਲੁਕਾਉਂਦੀਆਂ ਨੇ, ਤੁਸੀਂ ਵੀ ਲੁਕੋਈ ਜਾਂਦੇ ਹੋ। ਉਹ ਮੈਂ ਵੀ ਕੋਲਾ ਜਿਹਾ ਮੁੰਡਾ ਆ। ਹਾਂ ਵੈਸੇ ਠੀਕ ਆ, ਹੁਣ ਜਿਮ ਜਾ ਕੇ ਥੋੜਾ ਵਧੀਆ ਹੋ ਜਾਓਗੇ, ਹੈ ਨਾ? ਪਰ ਇੱਕ ਇਹ ਗੱਲ ਹੈ ਵੀ ਜਿਮ ਜਿੰਨੀ ਜਲਦੀ ਜੁਆਇਨ ਕਰੋ ਅੱਛੀ ਗੱਲ ਹੈ। ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ, ਕਿਉਂਕਿ ਸਿਹਤ ਹੈ ਤਾਂ ਸਭ ਕੁਝ ਹੈ। ਜੇ ਸਿਹਤ ਨਹੀਂ ਠੀਕ ਤੇ ਕੁਝ ਅੱਛਾ ਨਹੀਂ ਲੱਗਦਾ। ਵਾਹ, ਇਹ ਗੱਲ ਤਾਂ ਹੈ। ਸੋ ਹੁਣ ਆਪਾਂ ਫਾਈਨਲੀ ਆਪਣੇ ਕਰੀਅਰ ਤੇ ਆਉਨੇ ਆ ਕਿ ਜਿਹੜਾ ਇੱਕ ਚਿਹਰਾ ਤੁਹਾਡਾ ਬਣਿਆ ਹੈ, ਲੋਕਾਂ ਨੇ ਜਾਣਿਆ ਤੁਹਾਨੂੰ, ਇਸ ਕਰੀਅਰ ਦੇ ਦੁਆਰਾ ਜਾਣਿਆ ਆ, ਇੱਕ ਕੈਮਰੇ ਦੇ ਰਾਹੀਂ ਤੁਹਾਨੂੰ ਜਾਣਿਆ ਆ, ਉਹਦੇ ਬਾਰੇ ਗੱਲ ਕਰਦੇ ਆ। ਹੁਣ ਤੱਕ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹੋ ਤੁਸੀਂ, ਤੇ ਫਿਲਮਾਂ ਦੀ ਗੱਲ ਕਰਦੇ ਆ, ਕਿਹੜੀ ਫਿਲਮ ਜਿਹੜੀ ਹੈ ਉਹ ਤੁਸੀਂ ਕਰ ਲਈ ਹੈ ਹਜੇ ਤੱਕ? ਫਿਲਮ ਹਿੰਦੀ 'ਚ ਦੰਗਲ ਕੀਤੀ ਸੀ। ਅੱਛਾ ਜੀ। 31 ਅਕਤੂਬਰ। ਜੀ। ਔਰ ਟੈਂਕ ਕਲੀਨਰ ਹੁਣੇ ਰਿਲੀਜ਼ ਹੋਈ ਹੈ ਪਿਛਲੇ ਮਹੀਨੇ ਜੀ। ਇਸ ਤੋਂ ਇਲਾਵਾ ਇੱਕ ਸ਼ੂਟ ਹੋ ਰਹੀ ਮੋਚੀ, ਉਹ 'ਚ ਵੀ ਕਰ ਰਹੇ ਮੈਂ। ਇੱਕ ਜਰਸੀ ਕੀਤੀ ਹੈ ਸ਼ਾਹਿਦ ਕਪੂਰ ਜੀ ਨਾਲ, ਉਹ ਆ ਰਹੀ ਹੈ ਨਵੰਬਰ 'ਚ। ਹੋਰ ਵੀ ਬਹੁਤ ਪੰਜਾਬੀ ਫਿਲਮਾਂ ਕਾਫੀ ਕੀਤੀਆਂ। ਕਰੇਜ਼ੀ ਟੱਬਰ ਹੈ, ਗੋਲਕ ਬੂਨੀ ਹੈ ਜੀ, ਔਰ ਆਪਣਾ ਛੜਾ, ਖਿੱਦੋ ਖੁੰਡੀ ਵੀ ਦੇ ਵਿੱਚ ਵੀ ਦੋ ਖੁੰਡੀ ਵੀ ਸੀਗੀ। ਆਉਣ ਵਾਲੇ ਫਿਲਮਾਂ ਕਾਫੀ ਨੇ ਜਿਨ੍ਹਾਂ 'ਚ ਆਪਣੇ ਐਮੀ ਵਿਰਕ ਜੀ ਦੀ ਪੁਆੜਾ, ਆਪਣਾ ਬੱਬਲ ਰਾਏ ਦੀ ਮਾਂ, ਔਰ ਸ਼ਰੀਕ 2। ਵਾਹ।
ਗੋਲਕੂਨੀ 2 ਉਹ ਸ਼ੂਟ ਕਰਨੀ ਹੈ ਜੇ ਜੀ ਉਹਦੇ ਲਈ ਮਤਲਬ ਗੱਲਬਾਤ ਹੋ ਰਹੀ ਹੈ ਤੇ ਹਿੰਦੀ ਫਿਲਮਾਂ ਕੁਛ ਹੋਰ ਨੇ। ਤੁਸੀਂ ਦੰਗਲ ਦੀ ਗੱਲ ਕੀਤੀ, ਦੰਗਲ ਫਿਲਮ ਆਪਾਂ ਦੇਖੀ ਹੈ, ਦੰਗਲ ਦੇ ਵਿੱਚ ਕੀ ਗੱਲ ਹੋ ਗਈ ਕਿ ਤੁਸੀਂ ਕੰਮ ਤਾਂ ਉਹਦੇ ਵਿੱਚ ਕੀਤਾ ਪਰ ਨਜ਼ਰ ਨਹੀਂ ਆਏ? ਇੱਦਾਂ ਨਾ ਵੀ ਦੰਗਲ ਦਾ ਸੀਨ ਹੋਇਆ ਔਰ ਕਰੀਬ 3 ਦਿਨ ਮੈਂ ਉੱਥੇ ਰਿਹਾ। ਸੀਨ ਵੀ ਬਹੁਤ ਵਧੀਆ ਹੋਇਆ ਔਰ ਇੱਕ ਯਾਦ ਹੈ ਮੇਰੇ ਲਈ ਉਹ ਕਿ ਦੰਗਲ ਦਾ ਸੀਨ ਕਰ ਰਹੇ ਸੀ ਤੇ ਸੀਰੀਅਸ ਸੀਨ ਸੀ ਵੀ ਮਤਲਬ ਮੈਂ ਡਾਂਟਣਾ ਸੀ ਉਹਨਾਂ ਨੂੰ ਅੰਮ੍ਰਿਤਸਰ ਨੂੰ। ਗੱਲਬਾਤ ਕਰਦੇ ਹਾਂ ਉਹ ਇੱਕਦਮ ਹੱਸਣ ਲੱਗੇ। ਮੈਂ ਕਿਹਾ ਪਤਾ ਨਹੀਂ ਮੇਰੇ ਤੋਂ ਗਲਤੀ ਹੋ ਗਈ है। मैं कहा सर क्या बात है, मैं ठीक नहीं कर रहा। कहते नहीं आप तो बहुत बढ़िया डांट रहे हो। ਮਤਲਬ ਆਪਾਂ ਨੂੰ ਪ੍ਰਾਊਡ ਫੀਲ ਹੋਇਆ ਵੀ ਇੰਨੇ ਵੱਡੇ ਸਟਾਰ ਨੇ ਸਾਨੂੰ ਐਪਰੀਸ਼ੀਏਟ ਕੀਤਾ ਤੇ ਉਹ ਮਾੜੀ ਕਿਸਮਤ ਕਹ ਲਓ ਕਿ ਉਹ ਸੀਨ ਕੱਟਿਆ ਗਿਆ। ਇਸ ਤਰ੍ਹਾਂ ਇੱਕ ਹੋਰ ਮੂਵੀ ਸੀ 31 ਅਕਤੂਬਰ, ਉਹਦੇ ਵਿੱਚ ਸੀਨ ਸੀਗਾ ਉਹ ਸੈਂਸਰ ਹੋ ਗਿਆ। ਅੱਛਾ, ਉਹ ਕਿਉਂ? ਮਤਲਬ ਇਦਾਂ ਦਾ ਕੀ ਸੀ ਉਸ ਸੀਨ ਦੇ ਵਿੱਚ? ਕਹਿੰਦੇ ਨੇ ਵੀ ਕੰਟਰੋਵਰਸ਼ੀਅਲ ਸੀਨ ਸੀ। ਬਟ ਤੁਸੀਂ ਕੀਤਾ, ਤੁਹਾਨੂੰ ਪਤਾ ਹੋਏਗਾ ਕਿ ਕਿਹੜਾ ਸੀਨ ਸੀ। ਉਹ ਦਿੱਲੀ ਦੰਗਿਆਂ ਤੇ ਬਣੀ ਸੀ ਫਿਲਮ ਉਹ। ਅੱਛਾ ਜੀ। ਤੇ ਉਹਨਾਂ 'ਚ ਫਿਰ ਕਾਫੀ ਕੱਟ ਲੱਗੇ ਸੀ ਉਸ ਮੂਵੀ ਨੂੰ। ਸੈਂਸਰ ਨੇ ਬਹੁਤ ਕੱਟ ਲਾਤੇ ਸੀ। ਇਸ ਕਰਕੇ ਵੱਡੀਆਂ ਫਿਲਮਾਂ ਕੀਤੀਆਂ ਨੇ ਪਰ ਅਜੇ ਰੱਬ ਨੂੰ ਮਨਜ਼ੂਰ ਨਹੀਂ ਵੀ। ਬਾਕੀ ਹੁਣ ਜਰਸੀ ਦੀ ਉਮੀਦ ਹੈ, ਜਰਸੀ 'ਚ ਇੱਕ ਅੱਛਾ ਰੋਲ ਹੈ ਮੇਰਾ। ਆਪਾਂ ਦੰਗਲ ਦੀ ਹੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਫਿਲਮ ਦੇਖੀ ਤੇ ਤੁਸੀਂ ਦੇਖਿਆ ਕਿ ਇਹਦੇ ਵਿੱਚ ਮੇਰਾ ਸੀਨ ਹੈ ਨਹੀਂ, ਦੁੱਖ ਤਾਂ ਲੱਗਾ ਹੋਣਾ ਹੈ ਉਸ ਚੀਜ਼ ਦਾ? ਨਹੀਂ, ਮੈਨੂੰ ਨਾ ਇੱਕ ਦਿਨ ਪਹਿਲੇ ਪਤਾ ਲੱਗ ਗਿਆ ਸੀ। ਅੱਛਾ। ਇਹ ਦੁਬਈ 'ਚ ਇੱਕ ਦਿਨ ਪਹਿਲੇ ਰਿਲੀਜ਼ ਹੋਈ ਸੀ। ਉੱਥੇ ਮੇਰੇ ਇੱਕ ਰਿਲੇਟਿਵ ਸੀ, ਕਹਿੰਦੇ ਸੀਨ ਤਾਂ ਹੈ ਨਹੀਂ, ਮੂਡ ਤਾਂ ਖਰਾਬ ਹੁੰਦਾ ਪਰ ਠੀਕ ਹੈ ਜੀ। ਹੁਣ ਤਾਂ ਪਤਾ ਲੱਗ ਗਿਆ ਵੀ ਜਦ ਤੱਕ ਰਿਲੀਜ਼ ਨਹੀਂ ਹੁੰਦੀ ਕੋਈ ਇਤਬਾਰ ਨਹੀਂ। ਕਿਉਂਕਿ ਕਈ ਵਾਰ ਇਦਾਂ ਹੋ ਜਾਂਦਾ, ਸਿਚੁਏਸ਼ਨ ਇਦਾਂ ਦੀ ਬਣ ਜਾਂਦੀ ਹੈ, ਫਿਲਮ ਦੀ ਡਿਊਰੇਸ਼ਨ ਲੰਬੀ ਚੱਲ ਜਾਂਦੀ ਹੈ, ਸੋ ਉਹਦੇ ਕਰਕੇ ਸਟੋਰੀ ਲਾਈਨ ਕੁਝ ਹੋਰ ਪਾਸੇ ਕਰ ਦਿੰਦੇ ਨੇ। ਹਾਂਜੀ, ਸੋ ਉਹਦੇ ਕਰਕੇ ਕਈ ਵਾਰ ਉਹ ਕੱਟਣੇ ਪੈ ਜਾਂਦੇ ਨੇ ਸੀਨ, ਪਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਜਿਹੜਾ ਐਕਸਪੀਰੀਅੰਸ। ਹਾਂ। ਅੱਛਾ, ਸਰ ਨੇ ਇੱਕ ਗੱਲ ਕਹੀ ਕਿ ਆਮਿਰ ਖਾਨ ਜੀ ਨੂੰ ਤੁਸੀਂ ਡਾਂਟ ਰਹੇ ਸੀ, ਇਹ ਤਾਂ ਦੱਸੋ ਕਿਰਦਾਰ ਕੀ ਸੀ? ਕਿਰਦਾਰ ਸੀ ਇੱਕ ਉੱਥੇ ਭਿਵਾਨੀ ਬਿਜਲੀ ਬੋਰਡ ਦਾ ਆਫਿਸ ਹੈ, ਦਿਖਾਇਆ ਫਿਲਮ 'ਚ ਨਹੀਂ ਦਿਖਾਇਆ, ਉਹ ਸਟੋਰੀ 'ਚ ਸੀ। ਉਹਦਾ ਮੈਂ ਸੁਪਰਡੈਂਟ ਹੁੰਨਾ। ਅੱਛਾ ਜੀ। ਉੱਥੇ ਉਹ ਜੌਬ ਕਰਦੇ ਹੈ। ਆਹ ਸੀਨ ਸੀ। ਕਾਫੀ ਸੋਹਣਾ ਕਿਰਦਾਰ ਸੀ। ਸੋਹਣਾ ਜੀ। ਤੇ ਹੁਣ ਆਪਾਂ ਕੀ ਗੱਲ ਕਰਦੇ ਹਾਂ ਕਿ ਤੁਸੀਂ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਤੇ ਸਭ ਤੋਂ ਵਧੀਆ ਤੁਹਾਨੂੰ ਕਿਸ ਕਲਾਕਾਰ ਦੇ ਨਾਲ ਲੱਗਿਆ ਕੰਮ ਕਰਕੇ? ਆਪਣੀ ਪੰਜਾਬੀ ਇੰਡਸਟਰੀ 'ਚ ਅਮਰਿੰਦਰ ਭਾਜੀ ਤੋਂ ਵਧੀਆ ਬੰਦਾ ਕੋਈ ਨਹੀਂ। ਅਮਰਿੰਦਰ ਗਿੱਲ ਜੀ, ਬਹੁਤ ਵਧੀਆ ਜੀ। ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਥੋੜਾ ਜਿਹਾ ਸ਼ੇਅਰ ਕਰੋ ਸਾਡੇ ਨਾਲ। ਬਹੁਤ ਨਾਈਸ ਬੰਦੇ ਨੇ। ਤੁਸੀਂ ਇੱਕ ਮਤਲਬ ਡਾਊਨ ਟੂ ਅਰਥ ਬੰਦਾ ਹੈ। ਲੱਗਦਾ ਹੀ ਨਹੀਂ ਕਿ ਐਂ ਲੱਗੇ ਕਿ ਤੁਹਾਡਾ ਨੈਕਸਟ ਡੋਰ ਕੋਈ ਹੈਗਾ ਬੰਦਾ ਜੀ, ਆਪਣੇ ਮਹੱਲੇ ਦਾ ਇੱਕ ਬੰਦਾ ਕੋਈ, ਐਂ ਲੱਗਦਾ। ਪਰ ਜਦੋਂ ਉਹ ਕਰੈਕਟਰ 'ਚ ਨੇ ਫਿਰ ਉਹਨਾਂ ਦੇ ਲੱਗੇ ਕੋਈ ਨਹੀਂ ਜਾ ਸਕਦਾ। ਬਹੁਤ ਸੀਰੀਅਸ ਨੇ ਫਿਰ ਉਹ ਜੀ, ਤਾਂਹੀਓ ਤੇ ਉਹ ਕਿੰਨਾ ਵਧੀਆ ਪਲੇ ਕਰਦੇ ਨੇ ਜੀ। ਕੋਈ ਯਾਦ ਜੁੜੀ ਹੋਵੇ ਸੈੱਟ ਤੇ ਉਹਨਾਂ ਦੇ ਨਾਲ? ਯਾਦ ਉਹੀ ਗੋਲਕਪੁਣੀ ਕੀਤੀ ਹੈ ਤੇ ਨਾਲ ਹੀ ਰਹੇ ਆ ਸ਼ਾਇਦ 7 ਦਿਨ। ਬੜਾ ਅੱਛਾ ਲੱਗਾ ਉਹਨਾਂ ਨਾਲ ਜੀ। ਤੇ ਉਹਨਾਂ ਤੋਂ ਬਾਅਦ ਕੋਈ ਹੋਰ ਵਧੀਆ ਕਲਾਕਾਰ ਲੱਗਿਆ ਹੋਵੇ? ਦਿਲਜੀਤ। ਅੱਛਾ, ਦਿਲਜੀਤ ਜੀ। ਮੈਂ ਸੋਚ ਰਿਹਾ ਸੀ ਵੀ ਯਾਰ ਕਿੰਨੇ ਕਲਾਕਾਰਾਂ ਨਾਲ ਕੰਮ ਕੀਤਾ ਹੈ, ਬੜੇ ਗਾਣੇ ਕੀਤੇ, ਦਿਲਜੀਤ ਨਾਲ ਲਗਾਉਣ ਕੀਤਾ। ਔਰ ਦੇਖੋ ਰੱਬ ਦੀ ਮਰਜ਼ੀ ਹੁੰਦੀ ਸਭ ਕੁਝ ਜੋ ਹੋਣਾ। ਹਫ਼ਤੇ ਕੁ ਬਾਅਦ ਹੀ ਮੈਨੂੰ ਫੋਨ ਆ ਗਿਆ ਵੀ ਉਦੋਂ ਛੜਾ ਬਣ ਰਹੀ ਸੀ। ਅੱਛਾ ਜੀ। ਤੇ ਆਪਣੇ ਜਗਦੀਪ ਸਿੱਧੂ ਜੀ ਸ਼ਾਇਦ ਮੈਂ ਹੀ ਕਾਲ ਕੀਤੀ, ਮੈਂ ਕਿਹਾ ਭਾਜੀ ਕੋਈ ਕਰੈਕਟਰ? ਕਹਿੰਦੇ ਹਾਂ ਹੈਗਾ। ਤੇ ਉਹ ਫਿਲਮ 'ਚ ਪਹਿਲਾ ਸੀਨ ਹੁੰਦਾ ਜਿਹੜਾ ਰਿਸ਼ਤੇ ਲੈ ਕੇ ਆਉਂਦੇ, ਤੁਹਾਨੂੰ ਦੇਖੀ? ਜੀ ਜੀ ਜੀ, ਦੇਖੀਏ ਜੀ। ਉਹ ਸੀਨ 'ਚ ਮੈਂ ਸੀਗਾ। ਅੱਛਾ ਜੀ। ਹੁਣ ਇੱਕ ਹੋਰ ਮੂਵੀ ਆ ਰਹੀ ਜੋੜੀ, ਉਹ 'ਚ ਵੀ ਉਹਨਾਂ ਦੇ ਨਾਲ ਮੈਂ। ਅੱਛਾ, ਮਤਲਬ ਦੂਸਰੀ ਵਾਰ ਫਿਰ ਤੋਂ ਦਿਲਜੀਤ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵਾਹ।
ਮਤਲਬ ਇੱਕ ਵਾਰ ਸੋਚਿਆ ਸੀ ਤੇ ਦੁਬਾਰਾ ਫਿਰ ਤੋਂ ਮਿਲ ਗਿਆ ਨਾ ਮੌਕਾ। ਸੋ ਸਰ ਗੱਲਾਂ ਬਾਤਾਂ ਤਾਂ ਤੁਹਾਡੇ ਕਰੀਅਰ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਨੇ, ਕਿਉਂਕਿ ਤੁਸੀਂ ਇੰਨਾ ਕੰਮ ਕੀਤਾ ਹੈ। ਔਰ ਇੱਕ ਜਿਹੜਾ ਤੁਸੀਂ ਦੱਸਿਆ ਕਿ ਸੁਰਜੀਤ ਭੁੱਲਰ ਦੇ ਗਾਣੇ ਤੋਂ ਤੁਹਾਨੂੰ ਇੱਕ ਨਵਾਂ ਇੱਕ ਮੋੜ ਮਿਲਿਆ ਇਸ ਕਰੀਅਰ ਦੇ ਵਿੱਚ, ਇਸ ਲਾਈਨ ਦੇ ਵਿੱਚ, ਤੇ ਉੱਥੋਂ ਫਿਰ ਤੁਹਾਡੀ ਪਹਿਚਾਣ ਬਣਨੀ ਸ਼ੁਰੂ ਹੋਈ। ਸੋ ਆਸ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਇਦਾਂ ਵਧੀਆ ਵਧੀਆ ਕੰਮ ਕਰੋ ਔਰ ਵਧੀਆ ਫਿਲਮਾਂ ਦੇ ਵਿੱਚ ਵਧੀਆ ਕਲਾਕਾਰਾਂ ਦੇ ਨਾਲ ਇਦਾਂ ਹੀ ਜੁੜੇ ਰਹੋ ਤੁਸੀਂ। ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਸਾਡੇ ਕੋਲ ਸਮਾਂ ਹੁਣ ਥੋੜਾ ਰਹਿ ਗਿਆ ਹੈ ਤੇ ਜਾਣ ਦਾ ਬਹੁਤ ਸਮਾਂ। ਧੰਨਵਾਦ ਤੁਹਾਡਾ ਜੀ। ਸੋ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਤੇ ਤੁਸੀਂ ਸਾਡਾ ਪ੍ਰੋਗਰਾਮ ਜ਼ਰੂਰ ਦੇਖਦੇ ਰਹਿਣਾ ਹੈ ਤੇ ਨਾਲ ਪੰਜਾਬੀ ਨੈਸ਼ਨਲ ਟੀਵੀ ਦਾ YouTube ਚੈਨਲ ਤੇ Facebook ਪੇਜ ਵੀ ਲਾਈਕ ਕਰ ਦੇਣਾ। ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮੰਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।